ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ, ਦੀਨ ਦੁਨੀ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਚਰਨ ਸ਼ਰਨ ਵਿੱਚ ਸ਼ਰਧਾ ਤੇ ਸਤਿਕਾਰ ਦੇ ਨਾਲ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਆਓ ਜਿੰਨਾ ਸਮਾਂ ਵੀ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੋ ਰਿਹਾ ਹੈ, ਸਤਸੰਗ ਦੀਆਂ ਘੜੀਆਂ ਦੇ ਵਿੱਚ ਸਫਲਾ ਬਣਾਈਏ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ, ਜਗਤ ਗੁਰੂ ਨਾਨਕ ਪਾਤਸ਼ਾਹ ਰਾਖਸ਼ ਦਾ ਉਧਾਰ ਕਰਕੇ ਜਦੋਂ ਫੇਰ ਅਗਲੇ ਰਾਹਾਂ ਤੇ ਚੱਲੇ ਨੇ, ਲਗਾਤਾਰ 5 ਤੋਂ 7 ਦਿਨ ਦਾ ਸਫਲਾ ਸਮਾਂ ਸਤਿਗੁਰਾਂ ਨੇ ਸਫ਼ਰ ਵਿੱਚ ਤੈਅ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਮਰਦਾਨਿਆਂ, ਤੂੰ ਰੱਜ ਰੱਜ ਕੇ ਫਲ ਛਕੇ ਨੇ, ਕਿਵੇਂ ਲੱਗੇ ਫਲ? ਆਖਦਾ ਮਹਾਰਾਜ, ਮੈਂ ਆਪਣੀਆਂ ਕੀਤੀਆਂ ਭੁਗਤੀਆਂ ਨੇ। ਆਪ ਦੀਨ ਦੁਨੀਆ ਦੇ ਮਾਲਕ ਹੋ, ਮੈਂ ਫੇਰ ਵੀ ਗੁੱਸੇ ਦੇ ਵਿੱਚ ਆ ਕੇ ਆਪ ਜੀ ਨੂੰ ਵੱਧ ਘੱਟ ਬੋਲ ਜਾਂਦਾ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਰਦਾਨਿਆਂ, ਸਾਨੂੰ ਤੇਰੇ ਬੋਲਾਂ ਦਾ ਕੋਈ ਗੁੱਸਾ ਨਹੀਂ। ਤੂੰ ਕੱਲ ਵੀ ਮੁਕਤ ਸੀ, ਅੱਜ ਵੀ ਮੁਕਤ ਹੈ, ਸਦਾ ਮੁਕਤ ਰਹੇਗਾ। ਸਮੁੰਦਰਾਂ ਦੇ ਉੱਤੇ ਚੱਲਦਿਆਂ ਚੱਲਦਿਆਂ ਸਮਾਂ ਕਾਫੀ ਬਤੀਤ ਹੋ ਗਿਆ। ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ, ਇੱਥੇ ਕੋਈ ਨਗਰ ਨਹੀਂ ਆਉਂਦਾ। ਪਿਛਲੇ 2 ਮਹੀਨਿਆਂ ਤੋਂ ਕੋਈ ਪਿੰਡ ਸ਼ਹਿਰ ਨਹੀਂ ਵੇਖਿਆ, ਜੰਗਲ ਬਿਆਬਾਨ ਆਉਂਦੇ ਨੇ। ਹਾਸ ਰਸ ਵਿੱਚ ਗੁਰੂ ਨਾਨਕ ਸਾਹਿਬ ਆਖਣ ਲੱਗੇ, ਮਰਦਾਨਿਆਂ, ਲੱਗਦਾ ਭੁੱਖ ਲੱਗੀ ਹੋਣੀ। ਮੁਸਕਰਾ ਕੇ ਕਹਿੰਦਾ, ਹਾਂ ਪਾਤਸ਼ਾਹ, ਜੇ ਭੁੱਖ ਲੱਗੀ ਤੇ ਤਾਂ ਸ਼ਹਿਰ ਬਾਰੇ ਪੁੱਛੇ। ਸਾਹਿਬ ਜੀ ਆਖਦੇ ਨੇ, ਥੋੜੀ ਦੂਰੀ ਤੇ ਜਾਣਾ ਪੈਣਾ, ਹੋ ਸਕਦਾ ਕੋਈ ਨਗਰ ਸ਼ਹਿਰ ਆ ਜਾਏ, ਤੇਰੀ ਭੁੱਖ ਨਿਵਰਤ ਹੋ ਜਾਏ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ, ਪਾਓ ਪ੍ਰੇਮ ਦੀ ਸਾਂਝ। ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਕਰ ਬਿਗਸੇ ਪੰਕਜ ਨੈਣਾ, ਤਿਹ ਬਿਲੋਕ ਕੈ ਉਚਰੇ ਬੈਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਜਿਉ ਹੀ ਉਦਾਸੀ ਦੌਰਾਨ ਜੰਗਲਾਂ, ਪਗਡੰਡੀਆਂ, ਟਾਪੂਆਂ ਤੇ ਵਿਚਰਦੇ ਹੋਏ ਭਾਈ ਮਰਦਾਨਾ ਜੀ ਦੇ ਨਾਲ ਹਾਸ ਰਸ ਮਖੌਲ ਕਰਦੇ ਆ ਰਹੇ ਨੇ। ਜਦੋਂ ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ, ਇੱਥੇ ਕਿਸੇ ਟਾਪੂ ਤੇ ਕੋਈ ਸ਼ਹਿਰ ਨਹੀਂ ਵਸਦਾ? ਗੁਰੂ ਬਾਬਾ ਜੀ ਮੁਸਕਰਾ ਕੇ ਆਖਣ ਲੱਗੇ, ਭਾਈ ਬਾਲਾ ਜੀ ਨੂੰ ਬਾਲਿਆ, ਲੱਗਦਾ ਇਹਨੂੰ ਭੁੱਖ ਲੱਗ ਗਈ ਹੈ। ਇਹ ਸਦਾ ਭੁੱਖ ਦੇ ਦੁੱਖ ਤੋਂ ਦੁਖੀ ਹੀ ਰਹਿੰਦਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ, ਇਹ ਵੀ ਸੱਚ ਹੈ। ਜਦੋਂ ਤੱਕ ਹੁੰਦਾ ਏ ਮੈਂ ਭੁੱਖ ਬਰਦਾਸ਼ਤ ਕਰਦਾ, ਪਰ 5-7 ਦਿਨ ਤੋਂ ਵੱਧ ਮੈਥੋਂ ਬਰਦਾਸ਼ਤ ਨਹੀਂ ਹੁੰਦੀ। ਇਸੇ ਕਰਕੇ ਮੈਂ ਨਗਰ ਪੁੱਛਿਆ ਵੀ ਨਗਰ ਵਿੱਚੋਂ ਕੁਝ ਖਾਣ ਪੀਣ ਨੂੰ ਮਿਲ ਜਾਏਗਾ। ਪਿਛਲੇ ਦਿਨਾਂ ਦੇ ਵਿੱਚ
ਆਪਾਂ ਜੰਗਲਾਂ ਬੇਲਿਆਂ 'ਚ ਵਿਚਰਦੇ ਰਹੇ ਆ, ਭੋਜਨ ਕਿਤੋਂ ਪ੍ਰਾਪਤ ਨਹੀਂ ਹੋਇਆ। ਹਮੇਸ਼ਾ ਫਲ ਖਾ ਕੇ ਗੁਜ਼ਾਰਾ ਕੀਤਾ, ਰੋਟੀ ਤੇ ਰੋਟੀ ਹੈ, ਭੋਜਨ ਤੇ ਭੋਜਨ ਹੈ। ਜਿਹਨੂੰ ਛਕਿਆ ਵੀ ਲੰਮਾ ਦੌਰ ਹੋ ਗਿਆ ਏ। ਭਇਓ ਨਗਰ ਬੂਝਨ ਅਨੁਰਾਗੀ, ਉਧਰ ਬਿਖੈ ਬਹਰੋ ਸ਼ੁੱਧ ਲਾਗੀ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ, ਜਦੋਂ ਗੁਰੂ ਨਾਨਕ ਸਾਹਿਬ ਜੀਆਂ ਨੇ ਆਖਿਆ ਇਹਨੂੰ ਭੁੱਖ ਲੱਗੀ ਹੈ, ਤੇ ਮੈਂ ਵੀ ਆਖਿਆ ਪਾਤਸ਼ਾਹ ਰੱਜਿਆ ਹੋਇਆ ਤੇ ਪਿੰਡ ਕੋਲੋਂ ਨਹੀਂ ਲੰਘਦਾ। ਜਦ ਭਾਈ ਮਰਦਾਨੇ ਨੂੰ ਭੁੱਖ ਨਹੀਂ ਹੁੰਦੀ ਨਾ, ਇਹ ਕਿਸੇ ਸ਼ਹਿਰ ਵਿੱਚ ਭੇਜਿਆ ਜਾਂਦਾ ਨਹੀਂ, ਪਰ ਜਦੋਂ ਅੰਤਾਂ ਦੀ ਭੁੱਖ ਸਤਾਉਂਦੀ ਆ ਫਿਰ ਇਹ ਨਗਰਾਂ ਬਾਰੇ ਪੁੱਛਦਾ ਹੈ। ਮੈਂ ਮੁਸਕਰਾਇਆ, ਮੈਨੂੰ ਵੇਖ ਭਾਈ ਮਰਦਾਨਾ ਜੀ ਹੱਸ ਪਏ, ਆਖਣ ਲੱਗੇ ਬਾਲਾ ਜੀ ਤੁਹਾਨੂੰ ਭੁੱਖ ਨਹੀਂ ਲੱਗਦੀ, ਤੁਸੀਂ ਹੋ ਪੌਣਾ ਹਾਰੀ, ਇਸ ਕਰਕੇ ਤੁਹਾਨੂੰ ਗੱਲਾਂ ਔੜਦੀਆਂ ਨੇ। ਮਰਦਾਨੇ ਤਬ ਵਾਕ ਉਚਾਰੇ, ਹੈ ਤੋ ਸਹੀ ਸੋ ਕੌਣ ਨਿਵਾਰੇ। ਥੋੜੀ ਦੇਰ ਬਾਅਦ ਤੁਰਦੇ ਤੁਰਦੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਭੁੱਖ ਲੱਗਣੀ ਕਿਹੜਾ ਮਾੜੀ ਗੱਲ ਹੈ। ਸਤਿਗੁਰ ਕਹਿੰਦੇ ਉਹ ਤੇ ਹੈ ਹੀ। ਪਾਤਸ਼ਾਹ ਜੇ ਤੁਸੀਂ ਭੁੱਖ ਲਾਈ ਤੇ ਤਾਂ ਲੱਗੀ ਹੈ, ਜੇ ਤੁਸੀਂ ਨਿਵਰਤ ਕਰ ਦਿੰਦੇ ਹੋ ਤੇ ਹਟ ਜਾਂਦੀ ਹੈ। ਵੇਖੋ ਭਾਈ ਬਾਲਾ, ਇਹਨੂੰ ਭੁੱਖ ਨਹੀਂ ਲੱਗਦੀ, ਇਹਦੀ ਭੁੱਖ ਤੁਸੀਂ ਕੱਟ ਦਿੱਤੀ ਹੈ। ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਅੱਜ ਭਾਈ ਮਰਦਾਨਾ ਜੀ ਕਰਦੇ ਨੇ। ਅੱਜ ਗੁੱਸੇ ਵਿੱਚ ਨਹੀਂ, ਅੱਜ ਲੜਾਈ ਦੇ ਮੂਡ ਵਿੱਚ ਨਹੀਂ ਹਨ, ਕਿਉਂਕਿ ਰਾਖਸ਼ ਦੇ ਉਧਾਰ ਤੋਂ ਬਾਅਦ ਉਹਨਾਂ ਗੁਰੂ ਬਾਬਾ ਜੀ ਨੂੰ ਵੇਖ ਕੇ ਆਪਣੇ ਆਪ ਨੂੰ ਭਾਗਸ਼ਾਲੀ ਮੰਨਿਆ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਮਿਲ ਗਿਆ, ਸਾਥ ਮਿਲ ਗਿਆ, ਉਹ ਕਿੱਡੇ ਵੱਡੇ ਕਰਮ ਤੇ ਮੇਰੇ ਭਾਗ ਹੋਣੇ। ਇਸ ਕਰਕੇ ਗੁਰੂ ਸਾਹਿਬ ਜਦੋਂ ਹੱਸ ਕੇ ਭਾਈ ਮਰਦਾਨੇ ਨੂੰ ਬੁਲਾਉਂਦੇ ਨੇ, ਉਹ ਅੱਗੋਂ ਗੁੱਸਾ ਕਰਦਾ ਨਹੀਂ। ਸ਼ੁਧਾ ਲਗੀ ਕਿਆ ਅਸਨ ਤਿਆਰੀ, ਰਾਖਿਓ ਹੈ ਕਿਨ ਆਨ ਅਗਾਰੀ। ਗੁਰੂ ਸਾਹਿਬ ਹੱਸਦੇ ਰਹੇ, ਮੁਸਕਰਾਉਂਦੇ ਰਹੇ। ਭਾਈ ਮਰਦਾਨਾ ਕਹਿੰਦਾ ਬਾਬਾ ਭੁੱਖ ਤੇ ਲੱਗੀ, ਇੱਥੇ ਕਿਹੜਾ ਚੂੜੇ ਵਾਲੀ ਬੈਠੀ ਵੀ ਭੋਜਨ ਤਿਆਰ ਕਰਕੇ ਰੱਖੂਗੀ ਪਤਨੀ ਮੇਰੀ, ਇੱਥੇ ਤੇ ਜੰਗਲਾਂ ਵਾਲਾ ਕੰਮ ਹੈ। ਭੁੱਖ ਲੱਗੀ ਦਾ ਮੁੱਲ ਕੋਈ ਨਹੀਂ, ਹੋ ਸਕਦਾ ਬਿਨਾਂ ਭੁੱਖ ਲੱਗੀ ਤੋਂ ਵੀ ਭੋਜਨ ਮਿਲ ਜੇ, ਪਰ ਆਪਾਂ ਨੂੰ ਕਿਹੜਾ ਕਿਸੇ ਨੇ ਤਿਆਰ ਕਰਕੇ ਛਕਾਉਣਾ। ਜੇ ਕਿਤੇ ਕੋਈ ਨਗਰ ਸ਼ਹਿਰ ਪਿੰਡ ਵੇਲਾ ਆ ਵੀ ਜਾਂਦਾ ਏ, ਆਪ ਭਟਕਣਾ ਪੈਂਦਾ ਹੈ, ਦਰ ਦਰ ਤੇ ਪੁੱਛਣਾ ਪੈਂਦਾ ਹੈ, ਬੜਿਆਂ ਦਰਾਂ ਤੋਂ ਖਾਲੀ ਮੁੜਨਾ ਵੀ ਪੈਂਦਾ। ਕਈ ਲੋਕ ਹੁੰਦੇ ਹੋਏ ਵੀ ਕੁਝ ਦਿੰਦੇ ਨਹੀਂ, ਤੇ ਕਈਆਂ ਕੋਲ ਹੁੰਦਾ ਕੁਝ ਨਹੀਂ, ਉਹ ਦੇਣ ਦੀ ਇੱਛਾ ਰੱਖਦੇ ਆ ਪਰ ਉਹ ਦੇ ਨਹੀਂ ਸਕਦੇ। ਬਾਬਾ ਭੁੱਖ ਦਾ ਕੀ ਇਲਾਜ ਹੈ? ਸਾਨੂੰ ਕਿਹੜਾ ਕਿਸੇ ਭੋਜਨ ਛਕਾਉਣਾ ਏ। ਹਮ ਵਿਚਰਤ ਜਹ ਵਡ ਉਦਿਆਨਾ, ਮਿਰਤੂ ਹੋਏ ਕਬ ਹੀ ਮਮ ਪ੍ਰਾਨਾ। ਸਾਹਿਬ ਕਹਿੰਦੇ ਮਰਦਾਨਿਆ ਇੰਨੀ ਚਿੰਤਾ ਕਿਉਂ? ਕਹਿੰਦਾ ਬਾਬਾ ਜੀ ਆਪਾਂ ਜੰਗਲ ਬੇਲਿਆਂ 'ਚ ਗੁਜ਼ਰਦੇ ਆ, ਜਿੱਥੇ ਮਨੁੱਖ ਜਾਤ ਦੀ ਕੋਈ ਚੀਜ਼ ਨਹੀਂ ਲੱਭਦੀ, ਜਿੱਥੇ ਸਦਾ ਹੀ ਮੌਤ ਸਿਰ ਤੇ ਮੰਡਰਾਉਂਦੀ ਰਹਿੰਦੀ ਹੈ। ਸਾਡਾ ਵਿਚਰਨਾ ਕੋਈ ਪਤਾ ਨਹੀਂ, ਮੁੜ ਦੁਨੀਆ ਤੇ ਵਾਪਸ ਆਉਣਾ ਨਹੀਂ ਹੋਣਾ। ਕਿੱਥੇ ਕਾਲ ਨੇ ਸਾਨੂੰ ਗ੍ਰਸ ਲੈਣਾ ਹੈ। ਵੱਡੀਆਂ ਬਲਾਵਾਂ, ਵੱਡੇ ਵੱਡੇ ਰਾਖਸ਼, ਜੰਗਲੀ ਜਾਨਵਰ ਸਾਨੂੰ ਇਹਨਾਂ ਜੰਗਲਾਂ ਵਿੱਚ ਮਿਲਦੇ ਹਨ। ਕਹੂੰ ਕਹੂੰ ਆਵਤ ਕਰ ਮਾਹੀ, ਬਿਨਾ ਆਹਾਰ ਜੀਵਨ ਨਾਹੀ। ਨਸੀਬਾਂ ਦੀ ਗੱਲ ਹੈ, ਕਦੇ ਰੋਟੀ ਮਿਲ ਜਾਏ, ਭੋਜਨ ਮਿਲ ਜਾਏ, ਪਰ ਉਹ ਭੋਜਨ ਵੀ ਸਾਨੂੰ ਕਦੇ ਕਦੇ ਮਿਲਦਾ ਹੈ। ਨਿਤ ਰੋਟੀ ਨਸੀਬ ਨਹੀਂ ਹੁੰਦੀ, ਨਿਤ ਭੋਜਨ ਨਹੀਂ ਮਿਲਦਾ। ਭਾਵੇਂ ਕਿ ਜੰਗਲਾਂ ਵਿੱਚ ਫਲ ਮਿਲ ਜਾਂਦੇ ਨੇ, ਕੰਦ ਮੂਲ ਮਿਲ ਜਾਂਦੇ ਆ, ਪਰ ਸੱਚੀ ਮਨੁੱਖਾ ਸਰੀਰ ਨੂੰ ਭੋਜਨ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਬਾਬਾ ਰੋਟੀ ਮਿਲਣਾ ਵੀ ਅੱਜ ਨਸੀਬ ਬਣ ਗਿਆ। ਕਿਤੇ ਕਿਤੇ ਕੋਈ ਰਾਜਾ ਮਹਾਰਾਜਾ ਖੂਬ ਸੇਵਾ ਕਰਦਾ ਹੈ, ਕਿਤੇ ਕੋਈ ਪਾਣੀ ਵੀ ਪੁੱਛਦਾ ਨਹੀਂ। ਕੋ ਜਾਣੇ ਕਿਉਂ ਹੋਇ ਨਿਰਬਾਹੂ, ਬਿਨ ਆਹਾਰ ਮੈਂ ਸੰਗ ਫਿਰਾਹੂ। ਇੰਨੇ ਬਚਨ ਕਹਿੰਦੇ ਕਹਿੰਦੇ ਭਾਈ ਮਰਦਾਨਾ ਜੀ ਦਾ ਮੁਖ ਮੁਰਝਾ ਗਿਆ। ਕਹਿੰਦੇ ਬਾਬਾ ਪਤਾ ਨਹੀਂ ਰੋਟੀ ਮਿਲਣੀ ਕਿ ਨਹੀਂ ਮਿਲਣੀ, ਨਿਰਵਾਹ ਸਾਡਾ ਕਿੱਦਾਂ ਹੋਣਾ, ਜੀਵਨ ਕਿੱਦਾਂ ਗੁਜ਼ਰੇਗਾ ਇਹ ਨਹੀਂ ਪਤਾ।
ਜਦੋਂ ਖਾਣ ਦਾ ਨਹੀਂ ਪਤਾ, ਪੀਣ ਦਾ ਨਹੀਂ ਪਤਾ, ਇਹ ਨਹੀਂ ਪਤਾ ਅਸੀਂ ਕਿੱਥੇ ਸੌਣਾ ਤੇ ਕਿੱਥੇ ਬਹਿਣਾ ਹੈ, ਬਾਬਾ ਜੀ ਇਹ ਲੱਗਦਾ ਜ਼ਿੰਦਗੀ ਲੰਬੀ ਨਹੀਂ ਹੋਣੀ, ਸਦਾ ਹੀ ਦੁੱਖ ਹੈ। ਇੱਥੇ ਤੇ ਰਾਤ ਭੋਜਨ ਛਕੀਏ ਤੇ 4-4 ਦਿਨ ਆਉਣ ਵਾਲੇ ਦਿਨਾਂ 'ਚ ਰੋਟੀ ਨਸੀਬ ਨਹੀਂ ਹੁੰਦੀ। ਬਾਬਾ ਇਹ ਸਫ਼ਰ ਦੁਖਦਾਈ ਅਤੇ ਭਿਆਨਕ ਕਦੋਂ ਤੱਕ ਚੱਲਦਾ ਰਹਿਣਾ ਏ। ਤੁਮਕੋ ਛੁਧਾ ਪਿਪਾਸਾ ਨਾਹੀ, ਰਹੋ ਆਨੰਦ ਸਦਾ ਮਨ ਮਾਹੀ। ਪਰ ਇਹ ਹਾਲਤ ਮੇਰੇ ਲਈ ਦੁਖਦਾਈ ਉਦੋਂ ਬਣ ਜਾਂਦੀ ਹੈ ਜਦੋਂ ਮੇਰੇ ਸਾਥੀਆਂ ਨੂੰ, ਭਾਵ ਆਪ ਜੀ ਨੂੰ ਭੁੱਖ ਨਹੀਂ ਲੱਗਦੀ। ਤੇ ਜੇ ਸਤਿਗੁਰੂ ਤੁਹਾਨੂੰ ਭੁੱਖ ਲੱਗੇ, ਭਾਈ ਬਾਲੇ ਨੂੰ ਭੁੱਖ ਲੱਗੇ, ਤੇ ਮੇਰੀ ਭੁੱਖ ਦੀ ਕਦਰ ਹੋਵੇ, ਮੈਨੂੰ ਵਕਤ ਸਿਰ ਰੋਟੀ ਮਿਲੇ, ਆਪ ਜੀ ਕਈ ਮਹੀਨੇ ਨਹੀਂ ਛਕਦੇ, ਪੌਣਾ ਹਾਰੀ ਰਹਿੰਦੇ, ਜਾ ਤੇ ਕਿਰਪਾ ਕਰਕੇ ਮੇਰੀ ਵੀ ਭੁੱਖ ਹਟਾ ਦਿਓ, ਮੇਰੇ ਤੇ ਵੀ ਐਸੀ ਦਇਆ ਦ੍ਰਿਸ਼ਟੀ ਕਰ ਦਿਓ ਵੀ ਭੁੱਖ ਪਿਆਸ ਮੈਨੂੰ ਕਦੇ ਸਤਾਵੇ ਨਾ। ਮੰਦ ਮੰਦ ਬਿਕਸਤ ਸ਼੍ਰੀ ਬਦਨਾ, ਕਲੀ ਕੁੰਦ ਜਿਉ ਉਜਲ ਰਦਨਾ। ਗੁਰੂ ਨਾਨਕ ਸਾਹਿਬ ਮਹਾਰਾਜ ਥਾਪੜਾ ਦੇ ਕੇ ਮੁਸਕਰਾ ਪਏ, ਹੱਸ ਪਏ ਖੂਬ, ਕਹਿੰਦੇ ਮਰਦਾਨਿਆ ਇਹ ਵੀ ਕਰਤਾਰ ਦੀ ਖੇਡ ਹੈ। ਸਾਨੂੰ ਲੱਗਿਆ ਭੁੱਖ ਨਹੀਂ ਲੱਗਦੀ ਤੇ ਤੂੰ ਰੱਜਦਾ ਹੀ ਕਦੇ ਨਹੀਂ। ਤੈਨੂੰ ਕਿੱਥੇ ਮਰਦੀ ਲੈ ਜਾਈਏ, ਕਿਸੇ ਸ਼ਹਿਰ ਵਿੱਚ, ਕਿਸੇ ਪਿੰਡ ਵਿੱਚ, ਕਦੇ ਤੂੰ ਕੱਪੜੇ ਨਹੀਂ ਮੰਗੇ, ਪਦਾਰਥ ਨਹੀਂ ਮੰਗੇ, ਮਾਇਆ ਨਹੀਂ ਮੰਗਦਾ, ਹਰ ਵੇਲੇ ਭੋਜਨ ਮੰਗਦਾ ਏ। ਕਹਿਤ ਭਏ ਸੁਨੀਏ ਮਰਦਾਨਾ, ਸ਼ੁਧਾ ਸੰਗ ਜੇ ਹੈ ਹਤ ਪ੍ਰਾਨਾ। ਗੁਰੂ ਸਾਹਿਬ ਆਖਣ ਲੱਗੇ ਮਰਦਾਨਿਆ ਬਹੁਤੀ ਭੁੱਖ ਨਾਲ ਕੀ ਹੁੰਦਾ ਹੈ? ਕਹਿੰਦਾ ਬਾਬਾ ਮੌਤ ਹੁੰਦੀ ਹੈ, ਪਰ ਮੌਤ ਨਾਲੋਂ ਵੀ ਬੁਰੀ ਹੈ ਇਹ ਭੁੱਖ। ਸਤਿਗੁਰੂ ਕਹਿੰਦੇ ਫੇਰ ਕੀ ਹੋ ਗਿਆ? ਕਹਿੰਦੇ ਮਹਾਰਾਜ ਤੁਹਾਨੂੰ ਕੀ ਪਤਾ ਮੇਰੇ ਦੁੱਖਾਂ ਦਾ। ਜਦ ਪ੍ਰਾਣ ਨਿਕਲਦੇ ਆ ਭੁੱਖ ਦੀ ਹਾਲਤ ਵਿੱਚ ਮੈਂ ਤੜਫਦਾ ਹਾਂ, ਤੁਸੀਂ ਮੇਰੇ ਵੱਲ ਵੇਖ ਵੇਖ ਮੁਸਕਰਾਉਂਦੇ ਹੋ। ਇੱਕ ਦਿਨ ਐਸਾ ਆਏਗਾ ਤੁਹਾਡਾ ਇਹ ਸੱਜਣ ਸਾਥੀ ਮਰਦਾਨਾ ਮਰ ਜਾਏਗਾ। ਭਾਵੁਕ ਜੇ ਹੋ ਕੇ ਕਹਿੰਦੇ ਬਾਬਾ ਨਿਤ ਨਿਤ ਦਾ ਦੁੱਖ ਨਹੀਂ ਝੱਲਿਆ ਜਾਂਦਾ, ਨਿਤ ਨਿਤ ਦੀ ਭੁੱਖ ਮੌਤ ਤੋਂ ਘੱਟ ਨਹੀਂ। ਇਸ ਵਿਧ ਕੋ ਹਮ ਜਾਮਨ ਤੇਰੇ, ਗਏ ਪ੍ਰਾਨ ਆਨਹਿ ਤਨ ਫੇਰੇ। ਸਤਿਗੁਰ ਕਹਿੰਦੇ ਜਾ ਮਰਦਾਨਿਆ ਅੱਜ ਤੋਂ ਅਸੀਂ ਤੇਰੇ ਜਾਮਨ ਆ, ਸਾਡੀ ਜ਼ਿੰਮੇਵਾਰੀ ਹੈ। ਕਹਿੰਦਾ ਬਾਬਾ ਕਾਹਦੀ ਜ਼ਿੰਮੇਵਾਰੀ? ਮਰਦ ਕਹਿੰਦੇ ਤੂੰ ਮਰ ਜਾਏਗਾ ਤੈਨੂੰ ਜਿਉਂਦਾ ਕਰ ਲਾਂਗੇ। ਆਖੋ ਸਤਿਨਾਮ। ਮਰਨ ਨਹੀਂ ਦਿੰਦੇ ਤੈਨੂੰ। ਕਹਿੰਦਾ ਬਾਬਾ ਤੁਸੀਂ ਕਹਿ ਰਹੇ ਹੋ ਮੈਂ ਮਰ ਗਿਆ ਜਿਉਂਦਾ ਕਰ ਲਓ, ਜਿਉਂਦਾ ਕਰਕੇ ਕਰੋਗੇ ਕੀ? ਜਿਸ ਭੁੱਖ ਕਰਕੇ ਮਰਿਆ ਤੇ ਉਹ ਭੁੱਖ ਫੇਰ ਲੱਗੂਗੀ। ਭਾਈ ਬਾਲਾ ਜੀ ਕਹਿੰਦੇ ਖੂਬ ਹੱਸੇ ਗੁਰੂ ਨਾਨਕ ਪਾਤਸ਼ਾਹ ਖੂਬ। ਕਹਿੰਦੇ ਵਾਹ ਮਰਦਾਨਿਆ ਤੇਰੀਆਂ ਇਹੀ ਗੱਲਾਂ ਸਾਨੂੰ ਪਿਆਰੀਆਂ ਲੱਗਦੀਆਂ ਨੇ, ਤੇਰੇ ਗੁੱਸੇ ਗਲੇ ਸਭ ਵਿਸਰ ਜਾਂਦੇ ਨੇ। ਪੁਨ ਇੱਕ ਦਿਨ ਮਰਨਾ ਹੈ ਸਾਚੋ, ਜਿਉ ਜਲ ਦਿਖੈ ਹੋਏ ਘਟ ਕਾਚੋ। ਸਤਿਗੁਰਾਂ ਨੂੰ ਕਹਿੰਦਾ ਭਾਈ ਮਰਦਾਨਾ ਬਾਬਾ ਇੱਕ ਨਾ ਇੱਕ ਦਿਨ ਮਰ ਤੇ ਜਾਣਾ ਹੀ ਹੈ, ਮੌਤ ਸੱਚਾ ਤੇ ਜਿਉਣਾ ਝੂਠ ਹੈ। ਸਾਹਿਬ ਕਹਿੰਦੇ ਤਾਂ ਹੀ ਤੇ ਤੈਨੂੰ ਬਹੁਤਾ ਨਹੀਂ ਬਚਾਉਂਦਾ, ਤੈਨੂੰ ਭੁੱਖ ਨਾਲ ਵਿਖਾਉਨੇ ਆ ਵੀ ਜ਼ਿੰਦਗੀ ਸੱਚੀ ਨਹੀਂ ਹੈ। ਕਹਿੰਦਾ ਬਾਬਾ ਜ਼ਿੰਦਗੀ ਬੇਸ਼ੱਕ ਸੱਚੀ ਨਹੀਂ, ਮਰ ਜਾਣਾ ਹੈ, ਪਰ ਨਿਤ ਨਿਤ ਮਰਨ ਦੇ ਨਾਲੋਂ ਤੇ ਇੱਕ ਦਿਨ ਮਰਨਾ ਹੀ ਚੰਗਾ ਹੈ। ਸਾਹਿਬ ਕਹਿੰਦੇ ਮਰਦਾਨਿਆ ਬੜਾ ਗਿਆਨ ਹੋ ਗਿਆ ਤੈਨੂੰ, ਬੜੀ ਸਮਝ ਆ ਗਈ ਹੈ। ਕਹਿੰਦਾ ਬਾਬਾ ਜੀ ਇਹ ਤੇ ਸਮਝ ਮੈਨੂੰ ਪਹਿਲੇ ਦਿਨ ਤੋਂ ਹੀ ਹੈ, ਇਹ ਮੈਂ ਪਹਿਲੇ ਦਿਨ ਤੋਂ ਹੀ ਜਾਣਦਾ ਵੀ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਸਾਹਿਬ ਕਹਿੰਦੇ ਜੇ ਮਰਨਾ ਸੱਚ ਹੈ ਤੇ ਫਿਰ ਝੂਠੀ ਜ਼ਿੰਦਗੀ ਬਚਾਉਣੀ ਕਿਉਂ ਹੈ? ਰੋਟੀ ਟੁੱਕ ਲਈ ਤੜਫਦਾ ਕਿਉਂ ਹੈ? ਦਿਸ਼ਟ ਮਾਨ ਜੋ ਸਕਲ ਪਸਾਰਾ, ਇਹ ਜਾਣੋ ਹੈ ਕਾਲ ਆਹਾਰਾ। ਸਾਹਿਬ ਕਹਿੰਦੇ ਤੂੰ ਛੱਡ ਆਪਣੀ ਭੁੱਖ ਨੂੰ, ਜੋ ਦਿਸਦਾ ਨਾ ਸਭ ਕਾਲ ਦਾ ਭੋਜਨ ਹੈ, ਮੌਤ ਦਾ ਭੋਜਨ ਹੈ। ਕਹਿੰਦਾ ਬਾਬਾ ਜੀ ਪਹੇਲੀਆਂ ਫੇਰ ਪਾਉਣ ਲੱਗ ਗਏ, ਭੁੱਖ ਦਾ ਇੰਤਜ਼ਾਮ ਕਰੋ। 3 ਦਿਨ ਤੋਂ ਉੱਪਰ ਦਾ ਸਮਾਂ ਬਤੀਤ ਹੋ ਗਿਆ, ਮੈਂ ਮੰਗਦਾ ਰੋਟੀ, ਤੁਸੀਂ ਮੌਤ ਦੇ ਡਰਾਬੇ ਦੇਈ ਜਾਂਦੇ ਹੋ। ਕਦੇ ਕਹਿ ਦਿੰਦੇ ਹੋ ਮਰ ਜਾਏਗਾ ਤੈਨੂੰ ਬਚਾ ਲਵਾਂਗੇ, ਭਾਵ ਸਤਿਗੁਰ ਵੇਖਦੇ ਆ ਵੀ ਜੇ ਥੋੜਾ ਜਿਹਾ ਖਿੱਚ ਦੇ, ਖਿਜਿਆ ਹੀ ਭੱਜੂਗਾ ਨਾ, ਤੇ ਜੇ ਖਿਜਿਆ ਨਾ ਉਹਨੇ ਕਹਿਣਾ ਠੀਕ ਹੈ 7 ਵਚਨ,
ਪਰ ਗੁਰੂ ਬਾਬਾ ਜੀ ਚਾਹੁੰਦੇ ਆ ਇਹ ਸਾਡਾ ਕਹਿਣਾ ਬੋੜ ਕਿਸੇ ਦੂਰ ਬਾਜ਼ਾਰ ਵਿੱਚ ਜਾਵੇ। ਅਬ ਤੂੰ ਹਿਰਦੈ ਉਦਰ ਨਾਹੀ, ਚਾਹੋ ਜੇ ਅਚੋ ਚਲੋ ਪੁਰ ਮਾਹੀ। ਸਤਿਗੁਰਾਂ ਨੇ ਬਾਹ ਫੜੀ ਹੈ, ਸਤਿਕਰਤਾਰ ਆਖਿਆ। ਇਹਨੇ ਨੂੰ ਕਹਿੰਦੇ ਸਾਹਮਣੇ ਇੱਕ ਟਾਪੂ ਨਜ਼ਰ ਆ ਗਿਆ। ਮਹਾਰਾਜ ਕਹਿੰਦੇ ਉਧਰ ਨਾ, ਘਬਰਾ ਨਾ ਮਰਦਾਨਿਆ, ਜੇ ਤੂੰ ਸੱਚਮੁੱਚ ਕੁਝ ਰੱਜ ਕੇ ਖਾਣਾ ਚਾਹੁੰਦਾ ਤੇ ਚੱਲ ਹੁਣ ਸਾਡੇ ਨਾਲ। ਅੱਜ ਮਨ ਭਾਉਂਦੇ ਭੋਜਨ ਕਰ ਲਈ, ਉਲਾਂਭਾ ਨਾ ਨਹੀਂ। ਜਿੰਨਾ ਜੋ ਤੇਰਾ ਚਿੱਤ ਕਰਦਾ ਹੈ ਸ਼ਹਿਰ ਵਿੱਚ ਜਾ ਕੇ ਮਰਜ਼ੀ ਨਾਲ ਖਾ ਲਵੀਂ। ਨਹੀਂ ਦੂਰ ਅਬ ਆਏ ਨਜੀਕਾ, ਅਸ ਕਹਿ ਦੂਸ਼ਣ ਭੇ ਜਗ ਟੀਕਾ। ਐਨੇ ਬਚਨ ਕਹਿ ਕੇ ਗੁਰੂ ਬਾਬਾ ਜੀ ਚੁੱਪ ਹੋ ਗਏ। ਭਾਈ ਬਾਲਾ ਜੀ ਆਖਣ ਲੱਗੇ ਅਸੀਂ ਤੇਜ ਸਫ਼ਰ ਤੇ ਚੱਲਦੇ ਰਹੇ। ਗੁਰੂ ਨਾਨਕ ਸਾਹਿਬ ਜੀਆਂ ਫਿਰ ਕੋਈ ਜਵਾਬ ਨਾ ਦਿੱਤਾ, ਕੋਈ ਗੱਲ ਨਾ ਕੀਤੀ। ਭਾਈ ਮਰਦਾਨੇ ਦੀ ਕਾਸ ਵੱਜ ਗਈ। ਜੇ ਸਤਿਗੁਰਾਂ ਨੇ ਕਿਹਾ ਨਗਰ ਨੇੜੇ ਆਉਂਦਾ, ਕੋਈ ਸ਼ਹਿਰ ਨੇੜੇ ਆਉਂਦਾ ਤੇ ਛਕਣ ਛਕਾਉਣ ਵਾਸਤੇ ਕੁਝ ਪ੍ਰਾਪਤ ਹੋਏਗਾ। 3 ਤੋਂ ਲੈ ਕੇ 7 ਦਿਨ ਬਤੀਤ ਹੋ ਗਏ, ਭੁੱਖੇ ਪਿਆਸੇ ਤੁਰੇ ਫਿਰਦੇ ਨੇ। ਮੰਦ ਮੰਦ ਕਮ ਨਹਿ ਗੁਰ ਪੂਰਾ, ਜਿਹ ਕੋ ਦਰਸ਼ਨ ਸੋਹਤ ਰੂਰਾ। ਚਲਦੇ ਚਲਦੇ ਸਤਿਗੁਰੂ ਸਾਹਿਬ ਜੀ ਇੱਕ ਟਾਪੂ ਤੇ ਆਏ ਨੇ, ਇੱਕ ਐਸੀ ਧਰਤੀ ਤੇ ਆਏ ਨੇ ਜਿੱਥੇ ਜੰਗਲ ਘੱਟ ਤੇ ਮਨੁੱਖਾਂ ਦੀ ਵਸੋਂ ਜ਼ਿਆਦੇ ਹੈ। ਜਦੋਂ ਭਾਈ ਮਰਦਾਨੇ ਨੇ ਦੂਰੋਂ ਅਟਾਰੀਆਂ ਵੇਖੀਆਂ, ਮਹਿਲ ਵੇਖੇ, ਕਹਿੰਦੇ ਅੱਧੀ ਕੁ ਭੁੱਖ ਘਟ ਗਈ। ਘਟੀ ਕਿਉਂ? ਇੱਕ ਹੌਸਲਾ ਹੋ ਗਿਆ, ਇੱਕ ਆਸ ਵੱਜ ਗਈ, ਇੱਥੇ ਕੁਝ ਜ਼ਰੂਰ ਪ੍ਰਾਪਤ ਹੋਏਗਾ। ਗੁਰੂ ਬਾਬਾ ਜੀ ਨੇ ਜਾਣਿਆ ਇਹਦੀ ਤਮਾ ਘਟ ਗਈ, ਕਿਉਂਕਿ ਭੁੱਖ ਨਾਲੋਂ ਭੁੱਖ ਦੀ ਤਮਾ ਜ਼ਿਆਦੇ ਹੈ। ਜਦੋਂ ਭਾਈ ਮਰਦਾਨਾ ਤੁਰਿਆ ਜਾਵੇ ਸਤਿਗੁਰ ਵੇਖ ਕੇ ਹੱਸ ਪੈਂਦੇ ਆ, ਮੁਸਕਰਾ ਪੈਂਦੇ ਆ ਵੀ ਇਹਨੂੰ ਆਲਾ ਦਾਲਾ ਨਹੀਂ ਸੁਝਦਾ ਕੁਛ। ਇਹਦਾ ਧਿਆਨ ਸਿਰਫ ਪੇਟ ਵੱਲ ਹੈ, ਭੁੱਖ ਵੱਲ ਹੈ। ਜਦੋਂ ਸਾਡਾ ਧਿਆਨ ਕਿਸੇ ਵਸਤੂ ਵੱਲ ਬਹੁਤਾ ਹੋਵੇ ਉਹ ਸਾਨੂੰ ਪਰੇਸ਼ਾਨ ਬਹੁਤਾ ਕਰਦੀ ਹੈ। ਦੁੱਖ ਹੋਵੇ ਸਰੀਰ ਦਾ, ਬਾਰ-ਬਾਰ ਧਿਆਨ ਜਾਏ ਤੇ ਦੁਖੀ ਬਹੁਤ ਕਰਦਾ ਹੈ। ਕਿਸੇ ਦਾ ਦੰਦ ਤੇ ਜ਼ਖਮ ਹੋਵੇ, ਜੀਭ ਤੇ ਜ਼ਖਮ ਹੋਵੇ, ਜਾੜ ਕੱਢੀ ਹੋਵੇ, ਕਢਾਈ ਹੋਵੇ, ਬਾਰ-ਬਾਰ ਜੀਭ ਉੱਥੇ ਹੀ ਲੱਗਣੀ ਹੈ ਜਿੱਥੋਂ ਇਹਨੂੰ ਰੋਕਿਆ ਜਾਂਦਾ ਹੈ, ਕਿਉਂਕਿ ਇਹ ਮੈਂਟਲੀ ਸਥਿਤੀ ਹੈ। ਭੁੱਖ ਲੱਗੀ ਹੋਵੇ, ਕੁਝ ਵੀ ਵੇਖੀ ਚੱਲੋ, ਕੁਛ ਵੀ ਚੰਗਾ ਨਹੀਂ ਲੱਗਦਾ, ਬਾਰ-ਬਾਰ ਖਿਆਲ ਜਾਂਦਾ ਹੈ ਹਾਏ ਭੁੱਖ ਲੱਗੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨਗਰੋਂ ਬਾਹਰ ਆ ਕੇ ਨਾ, ਸ਼ਹਿਰੋਂ ਬਾਹਰ ਆ ਕੇ ਜੰਗਲ ਨੂੰ ਪਾਰ ਕਰਕੇ ਇੱਕ ਬ੍ਰਿਸ਼ ਦੇ ਕੋਲ ਆ ਕੇ ਬਹਿ ਗਏ। ਕਹਿੰਦੇ ਵੇਖ ਮਰਦਾਨਿਆ, ਨਗਰ ਕਿੰਨਾ ਸੁਹਾਵਣਾ ਏ। ਦੋਹਰਾ ਨਿਕਟ ਨਗਰ ਆਵਾ ਤਵੈ, ਬਹੁ ਸੁੰਦਰ ਦੁਧਵੰਤ, ਦੇਖ ਜਿਸੇ ਅਮਰਾਵਤੀ ਨੀਚੇ ਨੈਣ ਕਰੰਤ। ਹੁਣ ਜਦੋਂ ਨਗਰ ਤੋਂ ਬਾਹਰ ਆ ਕੇ ਬੈਠੇ, ਕਹਿੰਦੇ ਸ਼ਹਿਰ ਦੀ ਨਗਰ ਦੀ ਸੋਭਾ ਇੰਨੀ ਸੋਹਣੀ। ਅਮਰਾਵਤੀ ਨਾਮ ਹੈ ਸਵਰਗਾਂ ਦਾ, ਜਿਸ ਨਗਰ ਨੂੰ, ਇਲਾਕੇ ਨੂੰ ਵੇਖ ਕੇ ਸਵਰਗਾਂ ਦੇ ਦੇਵਤੇ ਵੀ ਸ਼ਰਮਸ਼ਾਰ ਹੁੰਦੇ ਸੀ। ਇੰਨਾ ਸੋਹਣਾ ਟਾਪੂ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਹਰੇ ਭਰੇ ਰੁੱਖ ਹਨ, ਵੱਡੇ ਵੱਡੇ ਮਹਿਲ ਮੁਨਾਰੇ ਨੇ, ਕਿਤੇ ਜੰਗਲ ਨਹੀਂ ਦਿਸਦਾ, ਕੋਈ ਲਾਏ ਹੋਏ ਬਾਗ ਨਜ਼ਰ ਆਉਂਦੇ ਆ। ਹੁਣ ਜਿਹੜੇ ਨਗਰ ਨੂੰ ਵੇਖ ਕੇ ਦੇਵਤੇ ਸ਼ਰਮਿੰਦਾ ਮਹਿਸੂਸ ਹੁੰਦੇ ਨੇ ਵੀ ਸਾਡਾ ਤੇ ਸਵਰਗ ਇੰਨਾ ਸੋਹਣਾ ਨਹੀਂ, ਉਹ ਨਗਰ, ਉਹ ਸ਼ਹਿਰ, ਉਹ ਦੇਸ਼ ਕਿੰਨਾ ਸੁੰਦਰ ਹੋਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨਗਰ ਤੋਂ ਕਾਫੀ ਦੂਰੀ ਤੇ ਬਾਹਰ ਬੈਠ ਗਏ। ਚੌਪਈ ਚੌ ਦੇਸ਼ ਜਿਸ ਕੇ ਉਪਵਨ ਸੋਹੈ, ਕੁਸਮ ਬਾਟਿਕਾ ਬਹੁ ਮਨ ਮੋਹੈ। ਇਸ ਨਗਰ ਦੇ ਆਸੇ-ਪਾਸੇ ਦੂਰ ਕਈ ਮੀਲਾਂ ਤੱਕ ਫੁੱਲਾਂ ਦੀਆਂ ਘਾਟੀਆਂ ਨੇ। ਬਾਟਿਕਾ ਨਾਮ ਹੈ ਘਾਟੀ ਦਾ। ਕਹਿੰਦੇ ਜਿੱਧਰ ਵੇਖੋ ਰੰਗ ਬਰੰਗੇ ਫੁੱਲ, ਜਿਵੇਂ ਮਾਲੀਆਂ ਨੇ ਸਜਾ ਕੇ ਲਾਏ ਹੋਣ। ਕਿਤੇ ਗੁਲਾਬਾਂ ਦੀ ਘਾਟੀ ਹੈ, ਕਿਤੇ ਚਮੇਲੀ ਦੇ ਫੁੱਲਾਂ ਦੀ ਘਾਟੀ ਹੈ। ਕਹਿੰਦੇ ਫੁੱਲਾਂ ਵਾਲੀ ਘਾਟੀ ਦੀ ਤਰ੍ਹਾਂ ਦੂਰ ਤੱਕ ਦ੍ਰਿਸ਼ ਦਿਸਦੇ ਆ, ਰੰਗ ਹੀ ਰੰਗ ਦਿਸਦੇ ਆ। ਇਸ ਨਗਰ ਦੀ ਸ਼ੋਭਾ ਨੂੰ ਇਹ ਫੁੱਲ 4 ਚੰਨ ਲਾਉਂਦੇ ਆ। ਕਿਤੇ ਬਾਗ ਸ਼ੁਰੂ ਹੋ ਜਾਂਦੇ ਆ ਫਲਾਂ ਨਾਲ ਪੱਕੇ ਹੋਏ, ਮਹਿਕਾਂ ਆਉਂਦੀਆਂ ਨੇ, ਕੋਇਲਾਂ ਦੀਆਂ ਆਵਾਜ਼ਾਂ ਸੁਣਦੀਆਂ। ਗੁਰੂ ਬਾਬਾ ਜੀ ਵੇਖ ਕੇ ਕਹਿੰਦੇ ਵੇਖ ਮਰਦਾਨਿਆ, ਕਿੰਨਾ ਸੋਹਣਾ ਸ਼ਹਿਰ ਹੈ। ਉਹ ਸਵਰਗਾਂ ਤੋਂ ਘੱਟ ਨਹੀਂ ਹੈ, ਸਵਰਗਾਂ ਨੂੰ ਮਾਤ ਪਾਉਂਦਾ ਏ। ਕੰਚਨ ਕੋ ਗੜ ਬੜੋ ਬਿਰਾਜੈ,
ਨਾਨਾ ਰੰਗ ਜਰੇ ਨਗ ਛਾਜੈ। ਹੁਣ ਇਸ ਨਗਰ ਵਿੱਚ, ਸ਼ਹਿਰ ਵਿੱਚ ਵੱਡੇ ਵੱਡੇ ਕਿਲੇ ਨੇ ਜਿਹੜੇ ਰਾਵਣ ਦੀ ਲੰਕਾ ਵਾਂਗੂ ਸੋਨੇ ਨਾਲ ਭਰੇ ਹੋਏ ਆ। ਜਦੋਂ ਸੋਨਾ ਲੱਗਿਆ ਗੁੰਬਦਾਂ ਤੇ, ਕਿਲਿਆਂ ਤੇ, ਕੰਧਾਂ ਤੇ, ਸੂਰਜ ਦੀ ਧੁੱਪ ਪੈਂਦੀ ਆ, ਤਪਸ਼ ਚਮਕਦੀ ਹੈ, ਸੋਨਾ ਚਮਕਾ ਮਾਰਦਾ ਹੈ। ਕਿਤੇ ਚਾਂਦੀ ਦੇ ਦਰਵਾਜ਼ੇ, ਚਾਂਦੀ ਦੀਆਂ ਦੀਵਾਰਾਂ। ਇੰਨਾ ਅਮੀਰ ਦੇਸ਼ ਸੀ, ਅਮੀਰ ਸ਼ਹਿਰ ਸੀ, ਰਾਵਣ ਦੀ ਲੰਕਾ ਵਾਂਗ ਸੋਨੇ ਤੇ ਚਾਂਦੀ ਨਾਲ ਜੜਿਆ ਪਿਆ। ਇੱਥੋਂ ਦੇ ਲੋਕ ਜਿਹੜੇ ਆਉਂਦੇ ਜਾਂਦੇ ਦਿਸਦੇ ਆ, ਉਹ ਵੀ ਕਹਿੰਦੇ ਸਿਰ ਤੋਂ ਪੈਰਾਂ ਤੱਕ ਸੋਨੇ ਨਾਲ ਮੜੇ ਹੋਏ ਤੇ ਸਵਰਗ ਕੀ ਰੀਸਾਂ ਕਰਨਗੇ। ਜਦੋਂ ਭਾਈ ਮਰਦਾਨੇ ਨੇ ਵੇਖਿਆ ਨਾ, ਮਨ ਹੋਰ ਲਲਚਾਇਆ ਵੀ ਤੇ ਅਮੀਰ ਲੋਕਾਂ ਦਾ ਦੇਸ਼ ਹੈ, ਅਮੀਰਾਂ ਦਾ ਸ਼ਹਿਰ ਹੈ। ਜੇ ਮੈਂ ਇਸ ਨਗਰ ਵਿੱਚ ਗਿਆ, ਛਕਣ ਨੂੰ 36 ਪ੍ਰਕਾਰ ਦੇ ਭੋਜਨ ਮਿਲਣਗੇ। ਤੇ ਗੁਰੂ ਬਾਬਾ ਜੀ ਨੇ ਵੇਖਿਆ ਵੀ ਭਾਈ ਮਰਦਾਨੇ ਦਾ ਮਨ ਲਲਚਾ ਰਿਹਾ ਹੈ। ਇੱਕ ਤੇ ਭੁੱਖ ਲੱਗੀ ਹੈ। ਜਦੋਂ ਅੰਤਾਂ ਦੀ ਭੁੱਖ ਲੱਗੀ ਹੋਏ ਨਾ, ਸੁੱਕੀਆਂ ਰੋਟੀਆਂ ਵੀ ਦੇਸੀ ਘਿਓ ਦਾ ਸਵਾਦ ਨਹੀਂ ਆਉਂਦੇ, ਉਹ ਵੀ ਰਸਮਈ ਲੱਗਦੀਆਂ ਨੇ। ਰੱਜੇ ਹੋਏ ਮਨੁੱਖ ਵਾਸਤੇ ਸਵਾਦਿਸ਼ਟ ਸਬਜ਼ੀ ਵਿੱਚ ਵੀ ਲੂਣ ਮਿਰਚ ਘੱਟ ਹੀ ਹੁੰਦਾ। ਭਾਈ ਮਰਦਾਨਾ ਵੇਖੀ ਜਾਏ ਵੀ ਬਾਬਾ ਜੀ ਕਦੋਂ ਆਗਿਆ ਦੇਣਗੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਰਹੇ। ਇੱਕ ਘੜੀ ਬਤੀਤ ਹੋ ਗਈ। ਇਸ ਨਗਰ ਦੀ ਸਤਿਗੁਰ ਰਸਨਾ ਤੋਂ ਸ਼ੋਭਾ ਕਰਦੇ ਨੇ। ਉੱਚੀ ਅਟਾ ਕਲਸ ਮਨ ਭਾਵਨ, ਦਰ ਪਰ ਤੋਰਨ ਬਧੀ ਸੁਹਾਵਨ। ਹੁਣ ਦਰਵਾਜ਼ਿਆਂ ਤੇ ਦਵਾਰਪਾਲ ਖੜੇ ਨੇ, ਪੀਲੇ ਰੰਗ ਦੇ ਵਸਤਰ ਪਾਏ ਆ, ਸੋਨਾ ਚਾਂਦੀ ਉਹਨਾਂ ਦੇ ਸਰੀਰ ਤੇ ਮੜਿਆ ਹੋਇਆ ਹੈ। ਕਹਿੰਦੇ ਅਟਾਰੀਆਂ ਬਹੁਤ ਉੱਚੀਆਂ ਨੇ, ਨਾ ਕੋਈ ਕੱਚਾ ਘਰ ਦੂਰੋਂ ਨਜ਼ਰ ਆਵੇ ਤੇ ਨਾ ਕੋਈ ਗਰੀਬ ਨਜ਼ਰ ਆਵੇ। ਬੜੀ ਵੱਡੀ ਗੱਲ ਸੀ। ਜਿਸ ਨਗਰ ਵਿੱਚ, ਜਿਸ ਦੇਸ਼ ਵਿੱਚ ਕੋਈ ਗਰੀਬ ਨਹੀਂ ਹੈ, ਅਮੀਰਾਂ ਦੀ ਪੁਰੀ ਹੈ। ਜਿੱਥੇ ਕੋਈ ਸ਼ੋਰ ਸ਼ਰਾਬਾ ਨਹੀਂ, ਰੌਲਾ ਰੱਪਾ ਸੁਣਦਾ ਨਹੀਂ। ਚੰਦਨ ਕੇ ਕਪਾਟ ਬੜ ਸ਼ੋਭਾ, ਜਿਨ ਕੋ ਪਿਖ ਦੇਵਨ ਮਨ ਲੋਭਾ। ਸਤਿਗੁਰ ਉੱਠ ਪਏ, ਉੱਠ ਕੇ ਇਸ ਨਗਰ ਦੀ ਪ੍ਰਕਰਮਾ ਕਰਨ ਲੱਗ ਪਏ। ਕਹਿੰਦੇ ਵੇਖ ਮਰਦਾਨੇ ਆ, ਦਰਵਾਜ਼ੇ ਚੰਦਨ ਦੇ ਬਣੇ ਹੋਏ ਆ, ਚੰਦਨ ਦੀਆਂ ਲੱਕੜਾਂ ਦੇ ਦਰਵਾਜ਼ੇ ਲਾ ਲਾ ਕੇ ਉੱਤੇ ਸੋਨਾ ਤੇ ਹਾਥੀ ਦੇ ਦੰਦਾਂ ਦੀ ਮੀਨਾਕਾਰੀ ਹੈ। ਕਹਿੰਦੇ ਭਾਈ ਮਰਦਾਨਾ ਹੋਰ ਪ੍ਰਭਾਵਿਤ ਹੋਵੇ ਵੀ ਕਦੋਂ ਅੰਦਰ ਚਲਿਆ ਜਾਵਾਂ, ਕਦੋਂ ਸ਼ਹਿਰ 'ਚ ਚਲਿਆ ਜਾਵਾਂ। ਹੁਣ ਸ਼ਹਿਰ ਨਗਰ ਦੇ 12 ਦਰਵਾਜ਼ੇ ਨੇ, ਵੱਡੇ ਨੇ, ਬੰਦ ਨੇ, ਅੰਮ੍ਰਿਤ ਵੇਲੇ ਦਾ ਸਮਾਂ। ਗੁਰੂ ਬਾਬਾ ਜੀ ਨੇ ਸਾਰੇ ਨਗਰ ਦੀ ਪਰਿਕਰਮਾ ਕੀਤੀ। ਅੱਜ ਤੱਕ ਕਿਸੇ ਸ਼ਹਿਰ ਦੀ, ਕਿਸੇ ਪਿੰਡ ਦੀ, ਕਿਸੇ ਨਗਰ ਦੀ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਸ਼ੰਸਾ ਨਹੀਂ ਸੀ ਕੀਤੀ। ਪਰ ਅੱਜ ਗੁਰੂ ਸਾਹਿਬ ਦੀ ਰਚਨਾ ਤੋਂ ਪ੍ਰਸ਼ੰਸਾ ਸੁਣ ਕੇ ਭਾਈ ਮਰਦਾਨਾ ਹੋਰ ਅਚੰਭਤ ਹੋ ਗਿਆ ਵੀ ਜਿਹੜਾ ਸ਼ਹਿਰ ਨਗਰ ਦੇਸ਼ ਬਾਹਰੋਂ ਇੰਨਾ ਸੋਹਣਾ ਹੈ, ਅੰਦਰੋਂ ਇਹਦੇ ਬਾਜ਼ਾਰ ਕਿੰਨੇ ਸੁੰਦਰ ਹੋਣਗੇ। ਜਗਮਗ ਚਮਤਕਾਰ ਸ਼ਬ ਪਾਈ, ਮਨਹੁ ਚੜ੍ਹੇ ਬਹੁਤੇ ਦਿਨ ਰਾਈ। ਮੰਨ ਲਓ ਕਈ ਸੂਰਜ ਅਸਮਾਨ ਵਿੱਚ ਚੜੇ ਹੋਣੇ, ਪੁਰੀ ਏਦਾਂ ਚਮਕਾ ਮਾਰਦੀ ਹੈ। ਭਾਈ ਮਰਦਾਨਾ ਕਹਿੰਦੇ ਮਹਾਰਾਜ ਬੜੇ ਨਗਰਾਂ ਵਿੱਚ ਵਿਚਰੇ ਆ, ਬੜੇ ਸ਼ਹਿਰਾਂ ਵਿੱਚ ਗਏ ਆ, ਇਹੋ ਜਿਹਾ ਸ਼ਹਿਰ ਤੇ ਇਹੋ ਜਿਹਾ ਦੇਸ਼ ਨਗਰ ਨਹੀਂ ਵੇਖਿਆ। ਸਤਿਗੁਰ ਕਹਿੰਦੇ ਹਾਂ ਮਰਦਾਨਿਆ, ਇਹੋ ਜਿਹਾ ਨਗਰ ਨਾ ਕਿਤੇ ਹੈ ਤੇ ਨਾ ਹੋਏਗਾ। ਇਹ ਬੜਾ ਸ਼ਾਂਤੀਪੂਰਵਕ ਹੈ। ਸਵਰਗ ਵੀ ਇਹਦੀ ਮਾਤ ਨਹੀਂ ਪਾ ਸਕਦੇ, ਇਹਦੀ ਰੀਸ ਨਹੀਂ ਕਰ ਸਕਦੇ। ਇੱਥੋਂ ਦੇ ਲੋਕਾਂ ਦੇ ਵਿੱਚ ਚੋਰੀ, ਠੱਗੀ, ਬੇਈਮਾਨੀ, ਇਹ ਚੀਜ਼ਾਂ ਸੁਪਨੇ ਵਿੱਚ ਵੀ ਨਹੀਂ ਆਉਂਦੀਆਂ। ਪਹੁੰਚੇ ਜਬ ਤੇ ਨਗਰ ਸਮੀਪਾ, ਬੈਠੇ ਸ਼੍ਰੀ ਬੇਦੀ ਕੁਲ ਦੀਪਾ। ਨਗਰ ਦੇ ਵੱਡੇ ਦਰਵਾਜ਼ੇ ਦੇ ਪਾਸ ਸਤਿਗੁਰ ਸੱਚੇ ਪਾਤਸ਼ਾਹ ਬਾਹਰੋਂ ਬਾਹਰ ਹੀ ਬਹਿ ਗਏ। ਬੈਠ ਭਾਈ ਮਰਦਾਨਾ ਜੀ ਵੀ ਗਏ। ਹੁਣ ਬੈਠਿਆਂ ਚਿੱਤ ਜਾ ਨਹੀਂ ਲੱਗਦਾ, ਖਿਆਲ ਆਉਂਦਾ ਮੈਂ ਕਦੋਂ ਅੰਦਰ ਚਲਿਆ ਜਾਵਾਂ। ਪਰ ਜਾਵਾਂ ਕਿਵੇਂ? ਜੇ ਅਮੀਰਾਂ ਦੀ ਪੁਰੀ ਹੈ, ਅਮੀਰ ਲੋਕਾਂ ਦਾ ਸ਼ਹਿਰ ਹੈ, ਇੱਥੇ ਤੇ ਗਰੀਬਾਂ ਨੂੰ ਪ੍ਰਵੇਸ਼ ਨਹੀਂ ਹੋਣ ਦੇਣਗੇ। ਮਨ 'ਚ ਫੁਰਨੇ ਆਉਂਦੇ ਆ, ਮੇਰੇ ਕੋਲ ਕੀ ਹੈ, ਮੈਂ ਫਕੀਰਾਂ ਵਾਲੇ ਕੱਪੜੇ ਪਾਏ ਆ। ਸ਼ਹਿਰ ਦੇ ਦਵਾਰਪਾਲ ਵੀ ਸੋਨੇ ਨਾਲ ਭਰੇ ਹੋਏ ਨੇ, ਇੱਥੋਂ ਦੇ ਪਹਿਰੇਦਾਰ। ਤੇ ਫਿਰ ਆਮ ਲੋਕ ਕਿੰਨੇ ਅਮੀਰ ਹੋਣਗੇ ਤੇ ਕਿੱਡੇ ਵੱਡੇ ਬਾਜ਼ਾਰ ਹੋਣਗੇ। ਮਨਾ ਮੇਰਿਆ, ਇਹੋ ਜਿਹੇ ਕੱਪੜੇ ਪਾ ਕੇ ਜਾਏਗਾ ਤੈਨੂੰ ਕਿਹਨੇ ਪੁੱਛਣਾ? ਮਨ ਵਿੱਚ ਖਿਆਲ ਆਉਣ ਲੱਗ ਪਏ। ਮਰਦਾਨੇ ਸੋ ਬਚਨ ਉਚਾਰਾ, ਜਾਹੋ ਨਗਰ ਅਬ ਲਿਹੋ ਨਿਹਾਰਾ। ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਦਿਲ ਦੀ ਜਾਣ ਕੇ ਆਖਦੇ, ਕਹਿੰਦੇ ਮਰਦਾਨਿਆ ਅਸੀਂ ਬੈਠਦੇ ਆ, ਜਾ ਤੂੰ ਸ਼ਹਿਰ ਵੇਖਿਆ।
ਨਗਰ ਵੇਖਿਆ, ਇੱਕ ਤੇ ਖੁਸ਼ੀ ਬਹੁਤ ਹੋਈ ਵੀ ਅੱਗੇ ਤੇ ਬਤਰਲੇ ਮਿੰਤਾਂ ਕਰਦਾ ਹੁੰਦਾ, ਬਾਬਾ ਜੀ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ। ਅੱਜ ਸਾਹਿਬ ਆਪ ਆਖਦੇ ਨੇ, ਮਰਦ ਕਹਿੰਦੇ ਮਰਦਾਨਿਆ ਜਿੰਨਾ ਤੇਰਾ ਦਿਲ ਕਰੇ, ਜਿੱਥੇ ਜਿੱਥੇ ਦਿਲ ਕਰੇ ਘੁੰਮ ਫਿਰ ਕੇ ਆ, ਅਸੀਂ ਛੇਤੀ ਤੈਨੂੰ ਆਵਾਜ਼ ਨਹੀਂ ਮਾਰਦੇ। ਬੂਝਤ ਥੋ ਮਗ ਮਹਿ ਬਹੁ ਬਾਰੀ, ਖਾਏ ਅਸਨ ਕਰ ਸ਼ੁਧਾ ਨਿਵਾਰੀ। ਬੜੀ ਵਾਰ ਤੂੰ ਸਾਡੇ ਤੋਂ ਰਾਹ 'ਚ ਪੁੱਛਦਾ ਰਿਹਾ, ਮਰਜ ਭੁੱਖ ਲੱਗੀ ਭੋਜਨ ਨਹੀਂ ਮਿਲਦਾ, ਕਿੱਥੋਂ ਮਿਲੂਗਾ, ਬੜਾ ਉਜਾੜ ਹੈ। ਸਾਹਿਬ ਕਹਿੰਦੇ ਰੱਜ ਰੱਜ ਭੋਜਨ ਖਾ, ਘੁੰਮ ਫਿਰ, ਵਸਤਰ ਖਰੀਦ, ਸੋਹਣੇ ਕੱਪੜੇ ਪਾ, ਲੋਕਾਂ ਨੂੰ ਮਿਲ ਗਿਲ ਲੈ। ਮਰਦਾਨਿਆ ਆਪਣੇ ਮਨ ਦੀ ਦੁਬਦਾ ਦੂਰ ਕਰ ਲੈ, ਉਲਾਂਭੇ ਨਾ ਮਨ 'ਚ ਵੀ ਭੁੱਖੇ ਪਿਆਸੇ ਜੰਗਲਾਂ 'ਚ ਤੁਰੇ ਫਿਰਦੇ ਆ, ਬਾਬਾ ਕਿਤੇ ਬੰਦੇ ਨਜ਼ਰ ਨਹੀਂ ਆਉਂਦੇ। ਸਤਿਗੁਰ ਕਹਿੰਦੇ ਅਸੀਂ ਇੱਥੇ ਹੀ ਬੈਠੇ ਆ, 1 ਦਿਨ ਲਾ ਕੇ ਆ, 2 ਦਿਨ ਲਾ ਕੇ ਆ, 4 ਦਿਨ ਲਾ ਕੇ ਆ। ਆਪਣੇ ਮਨ ਦੀ ਤਸੱਲੀ ਕਰਕੇ ਪੂਰਾ ਸ਼ਹਿਰ ਘੁੰਮ ਲੈ। ਸ਼੍ਰੀ ਪ੍ਰਭ ਗੰਠ ਨਾ ਪਟ ਇਕ ਦਾਮੋ, ਬਿਨਾ ਮੋਲ ਖਾਵੋ ਕਿਹ ਧਾਮੋ। ਭਾਈ ਮਰਦਾਨਾ ਕਹਿੰਦਾ ਬਾਬਾ ਕਿਉਂ ਟਿਚਰਾਂ ਕਰਦੇ ਹੋ, ਕਿਉਂ ਮਖੌਲ ਕਰਦੇ ਹੋ, ਰਾਜੇ ਮਹਾਰਾਜਿਆਂ ਦਾ ਸ਼ਹਿਰ ਹੈ, ਫਟੇ ਪੁਰਾਣੇ ਮੇਰੇ ਕੱਪੜੇ ਆ, ਪੁਰਾਣੇ ਪਾਏ, ਪੱਲੇ ਮੇਰੇ ਕੌਡੀ ਨਹੀਂ, ਇੱਕ ਧੇਲਾ ਨਹੀਂ, ਮੈਨੂੰ ਤੇ ਕਿਸੇ ਨੇ ਅੰਦਰ ਨਹੀਂ ਵੜਨ ਦੇਣਾ। ਦੁਨੀਆ ਤੇ ਪੈਸੇ ਦੀ ਹੈ ਨਾ, ਤੁਹਾਡੇ ਕੋਲ ਮਾਇਆ ਜਿੱਥੇ ਮਰਜ਼ੀ ਚੱਲ ਜਾਓ, ਤੁਹਾਡੇ ਕੋਲ ਪੈਸਾ ਹੈ, ਹਰ ਬੇਈਮਾਨ ਬੰਦਾ ਵੀ ਤੁਹਾਡੀ ਇੱਜ਼ਤ ਕਰੇਗਾ। ਤੁਸੀਂ ਲੱਖ ਝੂਠੇ ਹੋ, ਲੱਖ ਮਾੜੇ ਹੋ, ਤੁਹਾਡੀ ਮਾਇਆ ਤੁਹਾਡੇ ਸਾਰੇ ਔਗਣਾਂ ਤੇ ਪਾਪਾਂ ਨੂੰ ਢੱਕ ਲੈਂਦੀ ਹੈ। ਤੁਸੀਂ ਲੱਖ ਚੰਗੇ ਹੋ, ਤੁਹਾਡੇ ਕੋਲ ਮਾਇਆ ਨਹੀਂ, ਤੁਹਾਡੀ ਚੰਗਿਆਈ ਕਿਸੇ ਦੇ ਕੰਮ ਹੀ ਨਹੀਂ ਆਉਂਦੀ ਦੁਨੀਆ 'ਚ। ਬੁਰਾ ਬੰਦਾ ਮਾਇਆ ਦੇ ਜ਼ੋਰ ਤੇ ਆਪਣਾ ਪ੍ਰਭਾਵ ਪਾ ਲੈਂਦਾ ਏ। ਮਰਦਾਨਾ ਜੀ ਕਹਿੰਦੇ ਮਰਦ ਮੇਰੇ ਤੇ ਪੱਲੇ ਇੱਕ ਕੌਡੀ ਨਹੀਂ, ਮੈਂ ਲੱਖ ਚੰਗਾ ਹੋਵਾਂ, ਮੈਨੂੰ ਕਿਸੇ ਨੇ ਚੰਗਾ ਕੀ ਜਾਣਨਾ ਹੈ। ਨਾਲੇ ਆ ਸ਼ਹਿਰ ਸ਼ੂਰ ਤੇ ਤਾਂ ਚੰਗੇ ਲੱਗਦੇ ਆ ਜੇ ਪੱਲੇ ਧੇਲਾ ਹੋਵੇ, ਖਾਲੀ ਜੇਬ ਤੇ ਸ਼ਰਮ ਹੀ ਆਉਂਦੀ ਹੈ। ਬਾਬਾ ਇਹੋ ਜਿਹੀ ਪੁਰੀ ਵਿੱਚ ਮੈਂ ਕੀ ਕਰਨ ਜਾਣਾ, ਜਿੱਥੇ ਸੋਨੇ ਚਾਂਦੀ ਦੇ ਸ਼ਹਿਰ ਤੇ ਬਾਜ਼ਾਰ ਹੋਵਣ ਤੇ ਮੇਰੇ ਕੋਲ ਹੈ ਕੁਝ ਨਹੀਂ, ਮੈਂ ਤੇ ਸ਼ਰਮਿੰਦਾ ਹੋਵਾਂਗਾ। ਕੌਣ ਮੈਨੂੰ ਰੋਟੀ ਦੇਏਗਾ, ਕੌਣ ਮਠਿਆਈ ਖਵਾਏਗਾ। ਮਾਇਆ ਬਿਨਾ ਇਸ ਦੁਨੀਆ 'ਚ ਕੋਈ ਪੁੱਛਦਾ ਨਹੀਂ। ਨਹੀਂ ਕਹੂੰ ਇਹ ਥਾਨ ਚਿਨਾਰੀ, ਉਧਰ ਸ਼ੁਧਾ ਵਿਆਪੀ ਮੁਝ ਭਾਰੀ। ਭੁੱਖ ਅੰਤਾਂ ਦੀ ਲੱਗੀ ਹੋਈ ਐ, ਸ਼ਹਿਰ ਮੈਨੂੰ ਸਮਝ ਨਹੀਂ ਆਉਂਦਾ, ਪੱਲੇ ਮੇਰੇ ਕੱਖ ਨਹੀਂ, ਮਾਇਆ ਹੋਵੇ ਮੈਂ ਕੀ ਨਹੀਂ ਕਰ ਸਕਦਾ। ਤੁਹਾਡੀ ਜੇਬ 'ਚ ਮਾਇਆ, ਤੁਹਾਨੂੰ ਰੋਟੀ ਕੋਲ ਭੱਜਣ ਦੀ ਲੋੜ ਨਹੀਂ, ਲੋਕ ਰੋਟੀ ਦੇਣ ਆਉਣਗੇ। ਤੁਹਾਡੇ ਕੋਲ ਮਾਇਆ, ਲੋਕ ਗੱਡੀਆਂ ਲੈ ਕੇ ਤੁਹਾਨੂੰ ਘਰੋਂ ਲੈਣ ਆਉਣਗੇ, ਪੱਲੇ ਧੇਲਾ ਨਹੀਂ। ਰੇਲਵੇ ਸਟੇਸ਼ਨ ਚਲੇ ਜਾਓ, ਬੱਸ ਚਲੇ ਜਾਓ, ਆਟੋ ਕੋਲ ਚਲੇ ਜਾਓ, ਚੜ੍ਹਨ ਨਹੀਂ ਦਿੰਦਾ ਕੋਈ। ਅਗਲਾ ਕਹਿੰਦਾ ਹੈ ਕੁਛ, ਕਿਰਾਇਆ ਤੇ ਦੇ ਨਹੀਂ ਸਕਦਾ। ਭਾਈ ਮਰਦਾਨਾ ਕਹਿੰਦਾ ਬਾਬਾ ਮੇਰੇ ਕੋਲ ਧੇਲਾ ਕੋਈ ਨਹੀਂ, ਤੁਸੀਂ ਕਹਿੰਦੇ ਬਾਜ਼ਾਰ ਘੁੰਮਿਆ, 2-4 ਦਿਨ ਲਾਇਆ, ਮੈਨੂੰ ਲੱਗਦਾ ਮੈਂ ਸ਼ਹਿਰ 'ਚ ਘੁੰਮ ਫਿਰ ਕੇ ਭੁੱਖ ਨਾਲ ਮਰ ਜਾਣਾ। ਮਰਦ ਕਹਿੰਦੇ ਮਰਦਾਨਿਆਂ ਤੈਨੂੰ ਮਾਇਆ ਦੀ ਕੀ ਲੋੜ ਹੈ, ਭਾਈ ਤੂੰ ਤੇ ਹੀਰਾ ਏ। ਕਹਿੰਦੇ ਬਾਬਾ ਇਹੋ ਜਿਹੇ ਹੀਰੇ ਨੂੰ ਕੌਣ ਪੁੱਛਣਾ, ਮੈਂ ਤੇ 4 ਦਿਨਾਂ ਦਾ ਭੁੱਖਾ ਤੁਰਿਆ ਫਿਰਦਾ ਤੁਹਾਡੇ ਨਾਲ, ਇੱਥੇ ਕਿਹਨੇ ਮੈਨੂੰ ਪਛਾਣਨਾ ਏ, ਕਿਹਦੇ ਤਰਲੇ ਮਿੰਨਤਾਂ ਕਰੂੰਗਾ। ਬਿਕਸ ਬਦਨ ਤੇ ਬਚਨ ਬਖਾਨਾ, ਸਗਰੋ ਨਗਰ ਦਿਓ ਮਰਦਾਨਾ। ਗੁਰੂ ਨਾਨਕ ਸਾਹਿਬ ਮਰਦ ਹੱਸ ਕੇ ਕਹਿੰਦੇ ਉਹ ਮਰਦਾਨਿਆਂ ਭੋਲੀਆਂ ਗੱਲਾਂ ਨਾ ਕਰਿਆ, ਜਾ ਤੈਨੂੰ ਇਸ ਸ਼ਹਿਰ 'ਚ ਪੰਜੀ ਧੇਲਾ ਕੌਡੀ ਖਰਚਣ ਦੀ ਲੋੜ ਨਹੀਂ, ਤੂੰ ਇਸ ਸ਼ਹਿਰ ਦਾ ਹੀ ਮਾਲਕ ਆ। ਕੋ ਸਤਨਾਮ। ਕਹਿੰਦੇ ਬਾਬਾ ਜੀ ਇਹ ਪਾਣੀ 'ਚ ਡਾਂਗਾ ਨੇ, ਹਵਾ ਦੇ ਤੀਰ ਨੇ, ਅੱਗੇ ਵੀ ਹੋਇਆ ਪਾਣੀ ਪੀਣ ਗਿਆ, ਕਿਸੇ ਨੇ ਬੰਨ ਕੇ ਬੱਕਰਾ ਭੇਡੂ ਬਣਾ ਲਿਆ। ਵੇਖਿਓ ਕਿਤੇ ਇਸੇ ਭੁਲੇਖੇ ਚਲਿਆ ਜਾਵਾਂ ਵੀ ਸ਼ਹਿਰ ਮੇਰਾ ਤੇ ਖਾ ਪੀ ਲਵਾਂ ਤੇ ਅਗਲਾ ਬੰਨ ਕੇ ਦੁਕਾਨ 'ਚ ਬਿਠਾ ਲੇ ਕਿ ਪਹਿਲਾਂ ਪੈਸੇ ਦਿਓ। ਅੱਬਾ ਮੈਂ ਨਹੀਂ ਜਾਣਾ। ਗੁਰੂ ਸਾਹਿਬ ਕਹਿੰਦੇ ਨਹੀਂ ਮਰਦਾਨਿਆ ਤੈਨੂੰ ਸ਼ਹਿਰ ਦਿੱਤਾ ਸਾਰਾ, ਤੈਨੂੰ ਨਗਰ ਦਾ ਮਾਲਕ ਬਣਾਇਆ, ਤੈਨੂੰ ਕਿਸੇ ਨੇ ਮਾਇਆ ਪੁੱਛਣੀ ਨਹੀਂ। ਜਹ ਸੁੰਦਰ ਭੋਜਨ ਕੋ ਪਾਵੋ, ਜੋ ਕਛੁ ਚਾਹੋ ਤੈ ਤੇ ਲਿਖਾਵੋ। ਪਰ ਮਰਦਾਨਿਆ ਬਚਨ ਹੈ ਸਾਡਾ, ਜੋ ਮਰਜੀ ਖਾ, ਜਿੱਦਾਂ ਦਾ ਭੋਜਨ ਚਿੱਤ ਕਰੇ, ਮਹਿੰਗੇ ਤੋਂ ਮਹਿੰਗਾ ਛਕੀ, ਜੋ ਖਰੀਦਣਾ ਖਰੀਦ ਲੈ, ਪਰ ਯਾਦ ਰੱਖੀ ਤੇਰੇ ਤੋਂ ਮਾਇਆ ਕਿਸੇ ਨੇ ਮੰਗਣੀ ਨਹੀਂ। ਮਰਦਾਨੇ ਨੂੰ ਸੁਣ ਕੇ ਗੱਲ ਅਟਪਟੀ ਲੱਗੀ ਵੀ ਕਿਹੜੀ ਦੁਕਾਨ ਹੈ ਇਹੋ ਜਿਹੀ ਜਿਹੜਾ ਆਖੇ ਮੁਫਤ 'ਚ ਜੋ ਮਰਜ਼ੀ ਖਾ ਲਾ। ਹਰ ਬੰਦਾ ਕਮਾਉਣ ਵਾਸਤੇ ਬੈਠਾ,
ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਘਰ ਛੱਡੀ ਬੈਠਾ, ਉਹਨੇ 4 ਪੈਸਿਆਂ ਦੀ ਆਸ ਰੱਖੀ ਹੈ। ਹੱਸ ਕੇ ਕਹਿੰਦਾ ਬਾਬਾ ਜੇ ਤੁਸਾਂ ਨੂੰ ਮੈਂ ਚੰਗਾ ਹੀ ਨਹੀਂ ਲੱਗਦਾ ਭਾਵੇਂ ਮੈਨੂੰ ਅੱਜ ਮਾਰ ਦਿਓ, ਕਿਉਂ ਲੋਕਾਂ ਦੇ ਵਸ ਪਾਉਨੇ। ਮਰਦ ਹੱਸ ਪਏ, ਮੁਸਕਰਾ ਪਏ, ਕਹਿੰਦੇ ਮਰਦਾਨਿਆ ਤੈਨੂੰ ਕੌਣ ਮਾਰ ਸਕਦਾ ਹੈ ਭਾਈ, ਤੈਨੂੰ ਮਾਰਨ ਵਾਲਾ ਜੱਗ ਤੇ ਕੋਈ ਜੰਮਿਆ ਨਹੀਂ। हे प्रभ पुर मैं मुझ कहवावो, ਨਰ ਨ ਨਿਕਟ ਤੇ ਮਾਰ ਕਰਾਵੋ। ਭਾਈ ਮਰਦਾਨਾ ਹੱਥ ਜੋੜ ਕੇ ਕਹਿੰਦਾ ਬਾਬਾ ਮਾਫ ਕਰੀ ਮੈਨੂੰ, ਮੈਂ ਨਹੀਂ ਤੁਹਾਡੇ ਆਖੇ ਲੱਗਣਾ। ਸਤਿਗੁਰ ਕਹਿੰਦੇ ਕਿਉਂ? ਮਰਦ ਤੁਹਾਡੇ ਪਿੱਛੇ ਲੱਗ ਮੈਂ ਨਗਰ ਚ ਜਾ ਕੇ ਖਾ ਪੀ ਲਵਾਂ ਤੇ ਲੋਕ ਮਾਰਨ ਡਾਂਗਾ। ਵੀ ਮਰਦਾਨਿਆ ਪੈਸੇ ਕੱਢ ਤੇ ਬਾਬਾ ਤੁਸਾਂ ਆਉਣਾ ਨਹੀਂ, ਜੇ ਇਹਦੇ ਨਾਲੋਂ ਚੰਗਾ ਮਾਇਆ ਹੀ ਦੇ ਦਿਓ। ਮਰਦ ਕਹਿੰਦੇ ਮਾਇਆ ਤਾਂ ਨਹੀਂ ਮਿਲਣੀ, ਨਗਰ ਨੇੜੇ ਆ ਗਿਆ, ਭੁੱਖ ਲੱਗੀ ਰੋਟੀ ਖਾਇਆ। ਕਿੱਡੀ ਵੱਡੀ ਕਸਵੱਟੀ ਹੈ। ਸਤਿਗੁਰ ਕਹਿੰਦੇ ਤੂੰ ਮਾਇਆ ਬਾਰੇ ਤੇ ਪੁੱਛਿਆ ਹੀ ਨਹੀਂ, ਸਾਨੂੰ ਰਸਤੇ 'ਚ ਹੀ ਪੁੱਛਦਾ ਰਿਹਾ, ਸ਼ਹਿਰ ਨਹੀਂ ਆਉਂਦਾ ਕੋਈ, ਲੋਕ ਨਹੀਂ ਦਿਸਦੇ ਮੈਨੂੰ, ਬੰਦੇ ਨਹੀਂ ਦਿਸਦੇ, ਬਾਬਾ ਭੁੱਖ ਲੱਗੀ ਹੈ। ਮਰਦ ਕਹਿੰਦੇ ਮਰਦਾਨਿਆ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ, ਰੋਟੀ ਖਾ, ਭੋਜਨ ਛਕ, ਪਦਾਰਥ ਛਕ। ਕਹਿੰਦਾ ਬਾਬਾ ਡਾਂਗਾ ਮਾਰਦੇ ਆ ਲੋਕ, ਕੁੱਟਦੇ ਬਹੁਤ ਨੇ, ਮੈਂ ਨਹੀਂ ਜਾਣਾ। ਵੈਸੇ ਵੀ ਮੈਂ ਪਰਦੇਸੀ ਹਾਂ, ਇਹਨਾਂ ਲੋਕਾਂ ਦੇ ਨਾਲ ਮੇਰਾ ਚਿਹਰਾ ਮੋਰਾ ਰਲਦਾ ਹੀ ਨਹੀਂ। ਖਵਾਉਣ ਦੀ ਤੇ ਗੱਲ ਛੱਡੋ, ਇਹਨਾਂ ਮੈਨੂੰ ਪਹਿਲਾਂ ਹੀ ਫੜ ਲੈਣਾ ਵੀ ਇਹ ਕੋਈ ਅਜਨਬੀ ਬੰਦਾ ਸਾਡੇ ਸ਼ਹਿਰ 'ਚ ਕਿੱਥੋਂ ਆਇਆ। ਹੁਣ ਪੁਲਿਸ ਤੇ ਹਰ ਸ਼ਹਿਰ 'ਚ ਹੈ, ਸਿਪਾਹੀ ਤੇ ਹਰ ਸ਼ਹਿਰ 'ਚ ਹੁੰਦੇ ਆ, ਉਹਨਾਂ ਖਤਰਾ ਭਾਵ ਕੇ ਮੈਨੂੰ ਫੜ ਲੈਣਾ ਤੇ ਤੁਸੀਂ ਕਹਿੰਦੇ ਤੈਨੂੰ ਰੋਟੀ ਮਿਲੂ। ਬਾਬਾ ਰੋਟੀ ਤਾਂ ਨਹੀਂ ਮਿਲਦੀ, ਜੇਲ੍ਹ ਮਿਲ ਸਕਦੀ ਹੈ, ਸਜ਼ਾ ਮਿਲ ਸਕਦੀ ਹੈ। ਇਸ ਲਈ ਕਿਰਪਾ ਹੀ ਕਰੋ, ਜਾਂ ਤੇ ਮਾਇਆ ਦੇ ਦਿਓ ਜਾਂ ਫਿਰ ਜਾਣ ਨੂੰ ਆਖੋ ਨਾ। 10 ਕਰ ਲੱਖ ਕਰ ਕੈਦ ਮਝਾਰਾ, ਬਾਂਧ ਲੈ ਪਲ ਖਾਉ ਆਹਾਰਾ। ਭਾਈ ਬਾਲਾ ਜੀ ਕਹਿੰਦੇ ਮਰਦਾਨਿਆ ਮੰਨ ਲਾ ਗੁਰੂ ਪਾਤਸ਼ਾਹ ਦੀ ਗੱਲ। ਕਹਿੰਦਾ ਲੈ ਤੇਰੇ ਪਿੱਛੇ ਤਾਂ ਮੈਂ ਉਹ ਨਾ ਲੱਗਾ, ਅਗਲੇ ਮੈਨੂੰ ਚੋਰ ਸਮਝ ਕੇ ਬੰਨ ਲੈਣਗੇ, ਕੁੱਟਣਗੇ, ਮਾਰਨਗੇ, ਜੇਲ੍ਹ 'ਚ ਸੁੱਟ ਦੇਣਗੇ। ਤੁਹਾਡਾ ਕੀ ਹੈ ਬਾਲਿਆ, ਤੂੰ ਤੇ ਮੈਂ ਤੂੰ ਪਹਿਲਾਂ ਹੀ ਤੰਗ ਹੈ। ਸਤ ਕਰਤਾਰ ਕਹੋਗੇ ਕਿਤੇ ਅੱਗੇ ਲੰਘ ਜਾਓਗੇ, ਆਖੋ ਸਤਨਾਮ। ਮੈਂ ਰੋਟੀ ਪਿੱਛੇ ਵਕਤ ਕੱਟਣਾ ਹੈ, ਇਹਦੇ ਨਾਲ ਤੇ ਭੁੱਖਾ ਹੀ ਚੰਗਾ। ਕਹਿੰਦੇ ਬਹੁਤ ਹੱਸੇ ਗੁਰੂ ਨਾਨਕ ਸਾਹਿਬ ਮਹਾਰਾਜ, ਤਾੜੀਆਂ ਮਾਰ ਮਾਰ ਹੱਸਦੇ ਰਹੇ। ਕਹਿੰਦੇ ਵਾਹ ਓਏ ਮਰਦਾਨਿਆ ਤੂੰ ਸਾਨੂੰ ਤਾਂ ਕਿਉਂ ਚੰਗਾ ਲੱਗਦਾ, ਬੜੀਆਂ ਭੋਲੀਆਂ ਗੱਲਾਂ ਕਰਦਾ ਏ। ਗਹਿ ਜੋ ਤੁਝ ਕੋ ਨਗਰ ਮਝਾਰਾ, ਤਹਾਂ ਨਾਮ ਕਹਿ ਦਿਓ ਹਮਾਰਾ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਉਂਦੇ ਮੁਸਕਰਾਉਂਦੇ ਕਹਿੰਦੇ ਚੰਗਾ ਫਿਰ ਮਰਦਾਨਿਆ ਤੇਰੀ ਇਹ ਵੀ ਚਿੰਤਾ ਕੱਟੀ, ਤੈਨੂੰ ਕੋਈ ਗਲਤੀ ਨਾਲ ਪਿੰਡ 'ਚ ਫੜ ਲਏ, ਸ਼ਹਿਰ 'ਚ ਫੜ ਲਏ, ਸਾਡਾ ਨਾਂ ਲੈ ਦੀ, ਇੰਨਾ ਨਾਮ ਚੱਲਦਾ ਵੀ ਨਾ ਸੁਣ ਕੇ ਤੈਨੂੰ ਛੱਡ ਦੇਣਗੇ। ਆਖੋ ਸਤਨਾਮ। ਦੁਬਦਾ 'ਚ ਪੈ ਗਿਆ ਵੀ ਬਾਬਾ ਮੇਰਾ ਰੱਬ ਹੈ, ਸਾਰੀ ਦੁਨੀਆ 'ਚ ਇਹਦਾ ਨਾਮ ਚੱਲਦਾ ਹੈ, ਜੇ ਨਾ ਚੱਲਿਆ ਫਿਰ ਇਹ ਵੀ ਚੱਕਰ ਹੈ। ਕੀ ਪਤਾ ਕੋਈ ਜਾਣਦਾ ਹੀ ਨਾ ਹੋਵੇ। ਬੜੀਆਂ ਥਾਵਾਂ ਐਸੀਆਂ ਸੀ ਜਿੱਥੇ ਕਹਿੰਦੇ ਸੀ ਅਸੀਂ ਨਾਨਕ ਨੂੰ ਨਹੀਂ ਜਾਣਦੇ ਕੌਣ ਹੈ, ਕੋਈ ਵਿਰਲਾ ਹੀ ਜਾਣਦਾ ਨਾ ਰੱਬ ਨੂੰ। ਭਾਈ ਮਰਦਾਨਾ ਦੁਬਦਾ 'ਚ ਮਰਦ ਕਹਿੰਦੇ ਜੇ ਤੇ ਸਾਡੇ ਤੇ ਭਰੋਸਾ ਤੈਨੂੰ ਫਿਰ ਚਲਿਆ ਜਾ, ਤੈਨੂੰ ਕੋਈ ਫੜ ਲਵੇ ਨਾ ਸਾਡਾ ਨਾਂ ਲੈ ਨਹੀਂ, ਉਸੇ ਵੇਲੇ ਤੈਨੂੰ ਆ ਕੇ ਛੁਡਾ ਦੇਾਂਗੇ। ਸ਼ੋਰ ਦੇਹ ਖਾਵੋ ਮਨ ਭਾਵਾ, ਅਸ ਸੁਨ ਮਰਦਾਨਾ ਹਰ ਖਾਵਾ। ਭਾਈ ਮਰਦਾਨੇ ਨੇ ਸਤਿਗੁਰਾਂ ਦੇ ਬਚਨ ਸੁਣੇ। ਮਰਦ ਕਹਿੰਦੇ ਮਰਦਾਨਿਆ ਭਰੋਸਾ ਤੇ ਫਿਰ ਚਲਿਆ ਜਾ, ਛੁਡਾ ਲਾਂਗੇ ਤੈਨੂੰ। ਕੀ ਤੈਨੂੰ ਰਾਖਸ਼ਾਂ ਤੋਂ ਨਹੀਂ ਛੁਡਾਇਆ, ਦੈਂਤਾਂ ਤੋਂ ਨਹੀਂ ਛੁਡਾਇਆ? ਭਾਵੁਕ ਹੋ ਕੇ ਕਹਿੰਦਾ ਹਾਂ ਬਾਬਾ, ਜਿੱਥੇ ਦੁਨੀਆ ਦਾ ਕੋਈ ਨਹੀਂ ਖੜਿਆ ਉੱਥੇ ਤੁਸੀਂ ਆਏ ਹੋ, ਇੱਥੇ ਫੇਰ ਹੱਸਦੇ ਵਸਦੇ ਲੋਕ ਨੇ। ਮੱਥਾ ਟੇਕਿਆ, ਕਹਿੰਦਾ ਚੰਗਾ ਪਾਤਸ਼ਾਹ ਚੱਲੇ ਆ। ਮਰਦ ਕਹਿੰਦੇ ਸਤ ਕਰਤਾਰ। ਮਰਦਾਨਿਆ ਜੋ ਚਿੱਤ ਕਰੇ ਰੱਜ ਰੱਜ ਕੇ ਖਾਈ, ਮਾਇਆ ਦੀ ਚਿੰਤਾ ਨਾ ਕਰੀ, ਅਸੀਂ ਤੇਰੇ ਨਾਲ ਹੋਵਾਂਗੇ। ਗਮਨਿਓ ਤੂਰਨ ਨਗਰ ਮਝਾਰੂ, ਜਹ ਚੌਪਰ ਜਿਉ ਚਾਰ ਬਜਾਰੂ। ਚੱਲਦੇ ਚੱਲਦੇ ਭਾਈ ਮਰਦਾਨਾ ਮੁੱਖ ਦਰਵਾਜ਼ੇ ਤੋਂ ਵੜਿਆ। ਕਿਸੇ ਪਹਿਰੇਦਾਰ ਨੇ ਪੁੱਛਿਆ ਇਹਨਾਂ ਕੌਣ ਹੈ? ਕੋਈ ਦੇਸ਼ ਹੈ, ਕੋਈ ਸ਼ਹਿਰ ਹੈ, ਅਜਨਬੀ ਬੰਦਾ ਆਉਂਦਾ, ਪੁੱਛ ਪ੍ਰਤੀਤ ਹੁੰਦੀ ਉਹਨਾਂ ਸਮਿਆਂ ਦੀ ਗੱਲ ਹੈ ਵੀ ਕੋਈ ਜਸੂਸੀ ਕਰਨ ਆਇਆ ਹੋਵੇ। ਕਹਿੰਦੇ ਕਿਸੇ ਨੇ ਨਹੀਂ ਪੁੱਛਿਆ। ਭਾਈ ਮਰਦਾਨਾ ਅੰਦਰ ਗਿਆ। ਕਹਿੰਦੇ ਬੜੇ ਸੋਹਣੇ ਬਾਜ਼ਾਰ ਨੇ, ਥਾਂ ਥਾਂ ਤੇ ਚੌਂਕ ਬਣੇ ਆ ਜਿਹਨੂੰ ਚੌਪਰ ਕਹਿੰਦੇ ਆ, ਲੋਕ ਬੈਠੇ ਖੇਡਦੇ ਆ, ਕੋਈ ਕੁਛ ਖੇਡਦਾ ਕੋਈ ਕੁਛ ਖੇਡਦਾ। ਬੜੀਆਂ ਮਿੱਠੀਆਂ ਗੱਲਾਂ, ਬੜੀਆਂ ਖੂਬਸੂਰਤ ਔਰਤਾਂ, ਖੂਬਸੂਰਤ ਮਰਦ।
ਸਿਰ ਤੋਂ ਲੈ ਕੇ ਪੈਰਾਂ ਤੱਕ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਲੱਦੇ ਹੋਏ ਨੇ। ਤਹਿ ਹਾਟਕ ਕੀ ਹਾਟ ਅਨੇਕਾ, ਜਟੇ ਸੁਨਗ ਕੋ ਕਰੇ ਵਿਵੇਕਾ। ਭਾਈ ਮਰਦਾਨਾ ਵੇਖ ਕੇ ਹੈਰਾਨ ਚੱਕਾ ਚਾਹੁੰਦੇ ਇਸ ਨਗਰ ਦੀ ਸ਼ਹਿਰ ਦੀ। ਕਹਿੰਦੇ ਦੁਕਾਨਾਂ ਸੋਨੇ ਨਾਲ ਭਰੀਆਂ ਤੇ ਨਗ ਜੜੇ ਉਹਨਾਂ 'ਚ, ਜਿਵੇਂ ਅੰਗੂਠੀਆਂ 'ਚ ਜੜੇ ਹੁੰਦੇ ਹਾਰਾਂ ਵਿੱਚ, ਦੁਕਾਨਾਂ ਤੇ ਇੰਨਾ ਸੋਨਾ ਜੜਿਆ। ਦੁਕਾਨਾਂ ਦੇ ਫਰਸ਼ਾਂ ਥੱਲੇ ਚਾਂਦੀ ਲੱਗੀ ਹੋਈ। ਇਹ ਤੇ ਕਿਸੇ ਸਵਰਗ ਦਾ ਝਲਕਾਰਾ ਪੈਂਦਾ ਹੈ। ਮਰਦਾਨਾ ਬੜਾ ਹੈਰਾਨ ਵੀ ਇੱਥੇ ਤੇ ਲੋਕ 2-2 3-3 ਕਿਲੋ ਸੋਨਾ ਪਾਈ ਬੈਠੇ ਆ, ਵੀ ਇਹ ਕਿਹੜਾ ਗਰੀਬ ਨੇ। ਐਡੀਆਂ ਵੱਡੀਆਂ ਦੁਕਾਨਾਂ, ਜੇ ਕੋਈ ਮਠਿਆਈ ਦੀ ਦੁਕਾਨ ਹੈ, ਕੱਪੜਿਆਂ ਦੀ ਦੁਕਾਨ ਹੈ, ਉਹ ਦੁਕਾਨ ਵਿੱਚ ਅੱਧ ਤੋਂ ਵੱਧ ਸੋਨਾ ਚਾਂਦੀ ਲੱਗਾ ਹੋਇਆ ਤੇ ਬਾਜ਼ਾਰਾਂ ਦੀ ਸ਼ੋਭਾ ਲੱਗ ਹੈ। ਵੇਖ ਵੇਖ ਬੜਾ ਹੈਰਾਨ ਸੋਚੀ ਜਾਵੇ ਵੀ ਇੰਨਾ ਸੋਨਾ ਤੇ ਕਿਸੇ ਸੁਨਿਆਰ ਦੀ ਦੁਕਾਨ ਤੇ ਨਹੀਂ ਹੁੰਦਾ, ਇੰਨਾ ਸੋਨਾ ਤੇ ਕਿਸੇ ਸੇਠ ਕੋਲ ਨਹੀਂ ਹੁੰਦਾ। ਚਲੋ ਉਦੋਂ ਜ਼ਮਾਨੇ ਅੱਜ ਵਰਗੇ ਨਹੀਂ ਸੀ ਹੁੰਦੇ। ਸਾਡੇ ਪੰਜਾਬ ਦੇਸ਼ ਵਿੱਚ ਲੋਕਾਂ ਦੇ ਘਰਾਂ 'ਚ ਸੋਨਾ ਚਾਂਦੀ ਟੋਕਰੇ ਭਰੇ ਹੁੰਦਾ ਸੀ। ਕਦੇ ਪੁਰਾਤਨ ਇਤਿਹਾਸ ਪੰਜਾਬ ਦਾ ਪੜ੍ਹ ਕੇ ਵੇਖਿਓ, ਇੱਥੇ ਤੇ 21 ਵਾਰ ਮੁਗਲਾਂ ਨੇ ਲੁੱਟਿਆ। ਫਿਰ ਸੋਨੇ ਦੀ ਚਿੜੀ ਪੰਜਾਬ ਨੂੰ ਗੋਰਿਆਂ ਨੇ ਲੁੱਟਿਆ। ਕੋਹਿਨੂਰ ਹੀਰੇ ਵਰਗੇ ਲੁੱਟ ਕੇ ਲੈ ਗਏ। ਇੱਥੇ ਤੇ ਲੋਕ ਫਸਲਾਂ ਦਾ ਆਦਾਨ ਪ੍ਰਦਾਨ ਵੀ ਟੋਕਰੇ ਭਰ ਭਰ ਸੋਨੇ ਚਾਂਦੀ ਨਾਲ ਕਰਦੇ ਸੀ। ਅੱਜ ਪੂਰੀ ਦੁਨੀਆ ਵਿੱਚ ਜਿੰਨਾ ਸੋਨਾ ਨਾ, ਉਹ 70% ਸੋਨਾ ਗੋਲਡ ਸਾਡੀ ਇਸ ਧਰਤੀ ਤੋਂ ਗਿਆ ਹੋ ਗਿਆ ਹੈ। ਅੱਜ ਵੀ ਸਨਾਤਨ ਮੰਦਿਰਾਂ ਦੇ ਵਿੱਚ ਟਨਾ ਮੂਹੀ ਹਿੰਦੁਸਤਾਨ ਵਿੱਚ ਸੋਨਾ ਹੈ। ਇਹ ਧਰਤੀ 'ਚੋਂ ਆਮ ਨਿਕਲਦਾ ਸੀ, ਇੱਕ ਆਮ ਧਾਤ ਸੀ ਸੋਨਾ ਚਾਂਦੀ। ਇੰਨਾ ਰੇਟ ਥੋੜਾ ਸੀ ਇਹਦਾ। ਠੀਕ ਹੈ, ਮਹਿੰਗਾ ਮੰਨਿਆ ਜਾਂਦਾ ਸੀ। ਚਾਂਦੀ ਤੇ ਅੱਜ ਵੀ ਸਸਤੀ ਸੀ। ਅੱਜ ਤੋਂ 10 ਸਾਲਾਂ ਪਹਿਲਾਂ ਵੇਖੋ ਸੋਨੇ ਚਾਂਦੀ ਦਾ ਭਾਅ ਕਿੰਨਾ ਕੁ ਸੀ। ਉਹਨਾਂ ਸਮਿਆਂ 'ਚ ਸੋਨਾ ਆਮ ਗੱਲ ਹੁੰਦੀ ਸੀ, ਪਰ ਹਾਂ ਹਰ ਗਰੀਬ ਦੇ ਕੋਲ ਨਹੀਂ ਸੀ ਹੁੰਦਾ, ਮਾੜਾ ਮੋਟਾ ਹੀ ਸੀ। ਤੇ ਕਿਲੋਆਂ ਦੇ ਹਿਸਾਬ ਨਾਲ ਲੋਕਾਂ ਸੋਨਾ ਰੱਖਣਾ। ਕਹਿੰਦੇ ਇਸ ਸ਼ਹਿਰ ਵਿੱਚ ਹਰ ਵਸਤੂ ਤੇ ਸੋਨੇ ਦਾ ਪੱਤਰਾ ਚੜਿਆ ਹੈ, ਹਰ ਚੀਜ਼ ਸੋਨੇ ਨਾਲ ਭਰੀ ਹੋਈ ਹੈ। ਭਾਈ ਮਰਦਾਨਾ ਕਦੇ ਆਪਣੇ ਕੱਪੜਿਆਂ ਵੱਲ ਵੇਖਿਆ ਕਰੇ, ਕਦੇ ਦੁਕਾਨਦਾਰਾਂ ਵੱਲ ਵੇਖਿਆ ਕਰੇ ਵੀ ਭਾਈ ਲੋਹੜਿਆਂ ਦਾ ਅਮੀਰ ਦੇਸ਼ ਹੈ। ਕਿੰਨੇ ਲੋਕ ਅਮੀਰ ਹਨ। ਜੇ ਇੱਥੋਂ ਦੇ ਦੁਕਾਨਦਾਰ ਇੰਨੇ ਅਮੀਰ ਨੇ ਤੇ ਰਾਜਾ ਕਿੰਨਾ ਅਮੀਰ ਹੋਊਗਾ। ਮਨ ਵਿੱਚ ਇਹ ਖਿਆਲ ਆਉਂਦੇ ਨੇ, ਜਿਨ ਮੈਂ ਧਰੀ ਮਿਠਾਈ ਰੂਰੀ, ਕਰਿਓ ਤਿਹਾਵਲ ਪੂਪਨ ਪੂਰੀ। ਹੁਣ ਜਿੰਨਾ ਥਾਵਾਂ ਉੱਤੇ ਹਲਵਾਈਆਂ ਦੀਆਂ ਦੁਕਾਨਾਂ ਨੇ, ਮਠਿਆਈਆਂ ਪਈਆਂ ਨੇ, ਕਹਿੰਦੇ ਜੀ ਸੋਨੇ ਦੇ ਭਾਂਡਿਆਂ 'ਚ ਰਸਗੁੱਲੇ, ਜਲੇਬੀਆਂ, ਗੁਲਾਬ ਜਾਮੁਨ, ਤੇ ਸ਼ੋਭਾ ਕਿੰਨੀ ਸੋਹਣੀ ਹੋਊਗੀ। ਇੱਥੇ ਤੇ ਮਠਿਆਈ ਉੱਤੇ ਚਾਂਦੀ ਦਾ ਵਰਕ ਲੱਗਾ ਹੋਵੇ, ਸਿਲਵਰ ਦਾ ਲੱਗਾ ਹੋਵੇ, ਉਹ ਮਠਿਆਈ ਲਾਈਟਾਂ ਦੇ ਵਿੱਚ ਇੰਨੀ ਚਮਕਦੀ, ਬੰਦਾ ਕਹਿੰਦਾ ਅਮੀਰ ਲੋਕ ਖਾਂਦੇ ਆ। ਪਰ ਜਿਸ ਦੁਕਾਨ ਵਿੱਚ ਸੋਨੇ ਚਾਂਦੀ ਦੇ ਭਾਂਡਿਆਂ 'ਚ ਮਠਿਆਈ ਪਈ ਹੋਵੇ ਤੇ ਜਿਨ੍ਹਾਂ ਦੇ ਖੁਰਚਣਿਆਂ ਤੇ ਵੀ ਸੋਨਾ ਚੜਿਆ ਹੋਵੇ, ਤੇ ਕਿੱਡੇ ਅਮੀਰ ਲੋਕ ਹੋਣਗੇ ਜੀ। ਕਹਿੰਦੇ ਭਾਈ ਮਰਦਾਨੇ ਦਾ ਮਨ ਹੋਰ ਲਲਚਾਈ ਜਾਵੇ ਵੀ ਇੱਥੇ ਤੇ ਸ਼ਗਨ ਛਕਾਉਣ ਵਾਸਤੇ ਵੀ ਭਾਂਡੇ ਸੋਨੇ ਦੇ ਰੱਖੇ ਹੋਏ ਆ, ਇਹਨਾਂ ਵਿੱਚ ਖਾਣ ਨੂੰ ਦਿੰਦੇ ਹਨ। ਫਿਰੈ ਮਨੁਜ ਜੈ ਸੁਰਨ ਸਮਾਨਾ, ਪਟ ਭੂਖਨ ਪਹਿਲੇ ਵਿਧ ਨਾਨਾ। ਹੋਰ ਤੇ ਹੋਰ ਇੱਥੋਂ ਦੇ ਲੋਕ ਵੀ ਦੇਵਤਿਆਂ ਵਰਗੇ ਆ ਜੀ, ਚੰਗੇ ਸੁਭਾਅ ਦੇ, ਵੱਧ ਨਹੀਂ ਬੋਲਦੇ, ਘੱਟ ਨਹੀਂ ਬੋਲਦੇ, ਚੁੱਪ ਰਹਿੰਦੇ ਆ। ਨਾ ਕੋਈ ਲੜਦਾ ਭਿੜਦਾ ਦਿਸਦਾ, ਨਾ ਕੋਈ ਰੌਲਾ ਪਾਵੇ। ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਕੱਜੇ ਆ, ਪਰ ਇਹਨਾਂ ਦੇ ਕੱਪੜਿਆਂ ਉੱਤੇ ਵੀ ਨਗ ਲੱਗੇ ਹੋਏ ਆ, ਹੀਰੇ ਮੋਤੀ ਜੜੇ ਆ। ਭਾਈ ਮਰਦਾਨਾ ਕਦੇ ਸ਼ਹਿਰ ਵੇਖਦਾ, ਕਦੇ ਸ਼ਹਿਰ ਦੇ ਲੋਕ ਵੇਖਦਾ, ਕਹਿੰਦਾ ਬਾਬਾ ਬੜੀ ਸੋਹਣੀ ਨਗਰੀ ਵਿੱਚ ਭੇਜਿਆ, ਕਿਤੇ ਵਾਹ ਕਮਾਲ ਸ਼ਹਿਰ ਹੈ। ਕਹਿੰਦੇ ਭੁੱਖ ਮਿਟ ਗਈ। ਇੰਨਾ ਸੁਹੱਪਣ ਤੇ ਇੰਨਾ ਨੂਰ ਇਸ ਨਗਰ ਦਾ ਵੇਖ ਭਾਈ ਮਰਦਾਨੇ ਦਾ ਜਾਣ ਨੂੰ ਜੀ ਨਾ ਕਰੇ। ਭੁੱਖ ਵਾਲੇ ਪਾਸੇ ਤੋਂ ਧਿਆਨ ਘਟ ਗਿਆ। ਹੁਣ ਇਹ ਨਗਰ ਕਿਹੜਾ ਹੈ? ਇਸ ਟਾਪੂ ਦਾ ਨਾਮ ਹੈ ਸਵਰਨਦੀਪ, ਜਿਹਨੂੰ ਅੱਜ ਕੱਲ੍ਹ ਕਹਿੰਦੇ ਆ ਸੋਨਦੀਪ। ਇੱਥੇ ਆਏ ਹੋਏ ਆ। ਤੁਰਦਾ ਤੁਰਦਾ ਭਾਈ ਮਰਦਾਨਾ ਸੋਚਦਾ ਕਿਸੇ ਨੂੰ ਪੁੱਛ ਵੀ ਲਵਾਂ, ਇਹ ਨਾ ਹੋਵੇ ਮਠਿਆਈ ਖਾਵਾਂ ਤੇ ਅਗਲਾ ਬੰਨ ਲਵੇ ਵੀ ਭਾਈ ਖਾ ਪੀ ਕੇ ਚੱਲੇ ਆ, ਇੱਥੇ ਤੇ ਸੋਨੇ ਦੀ ਕਰੰਸੀ ਚੱਲਦੀ ਮਾਇਆ ਦੇ। ਇੱਕ ਦੋ ਕੋਲ ਜਾਇਆ ਕਰੇ, ਝਿਜਕ ਕੇ ਪਿੱਛੇ ਮੁੜਾਇਆ ਕਰੇ ਵੀ ਪੁੱਛਾਂਗੀ, ਕਿਵੇਂ ਗੱਲ ਕਰਾਂ, ਇੱਥੇ ਤੇ ਕੋਈ ਬੋਲਦਾ ਨਹੀਂ। ਪੁਰ ਰਚਨਾ ਬਿਖ ਕੇ ਮਰਦਾਨਾ, ਹਰਖਤ ਹੋਵੇ ਉਰ ਮੈਂ ਬਿਸਮਾਨਾ। ਪਰ ਖੁਸ਼ੀ ਵੀ ਬਹੁਤ ਵੱਡੀ ਆ, ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਬੜਾ ਵੱਡਾ ਵੀ ਮਰਦ ਕਹਿੰਦੇ ਜੋ ਮਰਜ਼ੀ ਖਾ ਲਈ, ਜੋ ਮਰਜ਼ੀ ਲੈ ਲਈ, ਮਰਦਾਨੇ ਤੈਨੂੰ ਪੈਸੇ ਨਹੀਂ ਦੇਣੇ ਪੈਣੇ। ਬੜੀ ਵੱਡੀ ਖੁਸ਼ੀ। ਕਹਿੰਦੇ ਜੀ ਇਸੇ ਖੁਸ਼ੀ 'ਚ ਸਾਰਾ ਸ਼ਹਿਰ ਗਾਤਾ ਘੁੰਮ ਘੁੰਮ ਕੇ
ਭੁੱਖ ਵੀ ਲੱਗੀ ਸੀ, ਪਰ ਹੁਣ ਭੁੱਖ ਨਾਲੋਂ ਖੁਸ਼ੀ ਵੱਡੀ ਹੈ। ਦਿਲ ਕਰਦਾ ਕਿਸੇ ਵੱਡੀ ਦੁਕਾਨ ਤੇ ਜਾਵਾਂ, ਰੱਜ ਕੇ ਮਠਿਆਈ ਖਾਵਾਂ, ਰੱਜ ਕੇ ਭੋਜਨ ਖਾਵਾਂ। ਕਹਿੰਦੇ ਭੋਜਨ ਦੀਆਂ ਦੁਕਾਨਾਂ ਵੇਖਦਾ, ਕੋਈ ਗਰੀਬ ਗਰੂਬਾ ਦਿਸਦਾ ਹੀ ਨਹੀਂ ਇੱਥੇ। ਦੁਕਾਨਦਾਰ ਸੋਨੇ ਦੇ ਬਰਤਨਾਂ ਵਿੱਚ ਪਾ ਪਾ ਕੇ ਭੋਜਨ ਦੇ ਰਹੇ ਨੇ, ਲੋਕੀ ਲੈ ਕੇ ਜਾ ਰਹੇ ਨੇ, ਪਰ ਕੋਈ ਮਾਇਆ ਵਰਤਦਾ ਦਿਸਦਾ ਹੀ ਨਹੀਂ। ਇਹ ਬੜਾ ਸ਼ੱਕ ਜਾ ਪੈ ਗਿਆ ਵੀ ਮਾਇਆ ਕਿਹੜੀ ਚੱਲਦੀ ਹੈ ਇੱਥੇ। ਲੋਕੀ ਸਮਾਨ ਲੈ ਕੇ ਜਾਂਦੇ ਦਿਸਦੇ ਨੇ, ਪਰ ਮਾਇਆ ਦੇਣ ਵਾਲਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਇੱਕ ਮਾਨਵ ਕੇ ਜਾਏ ਸਮੀਪਾ, ਬੂਝਿਓ ਕੌਣ ਨਾਮ ਅਵਨੀਪਾ। ਕਹਿੰਦੇ ਇੱਕ ਮਨੁੱਖ ਵੇਖਿਆ ਦੁਕਾਨ ਤੇ ਵਿਹਲਾ ਹੀ ਬੈਠਾ ਹੈ, ਦੇਖਣ ਨੂੰ ਧਾਰਮਿਕ ਲੱਗਦਾ। ਭਾਈ ਮਰਦਾਨਾ ਨੇੜੇ ਆਇਆ, ਉਹਨੇ ਇੱਕੋ ਹੀ ਗੱਲ ਪੁੱਛੀ। ਕਹਿੰਦਾ ਸੱਜਣਾ, ਉਹਦੀ ਬੋਲੀ 'ਚ ਪੁੱਛਦੇ ਭਾਈ ਮਰਦਾਨਾ, ਮੈਨੂੰ ਇਹ ਦੱਸ ਵੀ ਤੇਰੇ ਇਸ ਦੇਸ਼ ਦੇ ਰਾਜੇ ਦਾ ਨਾਮ ਕੀ ਹੈ? ਇਹ ਕਿਉਂ ਪੁੱਛਿਆ ਜਾਂਦਾ ਹੈ? ਕੰਟਰੀ ਕੋਈ ਵੀ ਹੋਵੇ, ਦੇਸ਼ ਕੋਈ ਹੋਵੇ, ਉਹ ਦੇਸ਼ ਨੂੰ ਖੂਬਸੂਰਤ ਬਣਾਉਣ ਵਾਲਾ ਉੱਥੋਂ ਦਾ ਰਾਜਾ ਹੁੰਦਾ ਹੈ। ਜਿਵੇਂ ਅੱਜ ਭਾਰਤ ਦੀ ਗੱਲ ਕਰੀਏ, ਕੋਈ ਪੁੱਛੇ ਵੀ ਇਹ ਅੱਜ ਭਾਰਤ ਨਰਕ ਕਿਉਂ ਬਣਿਆ ਹੋਇਆ, ਗੱਲ ਇੱਕ ਬੰਦੇ ਦੀ ਆ ਜਾਂਦੀ ਹੈ। ਜਿਹਨੂੰ ਮਰਜ਼ੀ ਪੁੱਛੋ, ਹਰ ਬੰਦਾ ਗਾਲ ਕੱਢ ਕੇ ਉਸੇ ਦਾ ਨਾਂ ਲੈਂਦਾ, ਸਭ ਜਾਣਦੇ ਆ ਨਾ। ਤੇ ਜੇ ਹੁਣ ਦੇਸ਼ ਗੰਦਾ ਏ, ਦੇਸ਼ ਸੋਹਣਾ ਏ, ਉੱਥੋਂ ਦੀ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਹੁੰਦੀ ਹੈ। ਤੇ ਭਾਈ ਮਰਦਾਨਾ ਪੁੱਛਦਾ ਵੀ ਜਿੱਥੇ ਦੀਆਂ ਦੁਕਾਨਾਂ 'ਚ ਸੋਨਾ ਜਾਂਦੀ ਹੈ, ਉਹ ਰਾਜਾ ਫਿਰ ਚੰਗਾ ਹੀ ਹੋਊਗਾ। ਜੇ ਕੋਈ ਹੋਰ ਹੁੰਦਾ, ਉਹਨੇ ਕਹਿਣਾ ਸੀ ਸੋਨੇ ਦੇ ਪੱਤਰੇ ਲਾਓ, ਓਏ ਇਹਨਾਂ ਦੁਕਾਨ ਤੇ ਕਿੱਥੋਂ ਲਾ ਲਿਆ, ਟੈਕਸ ਨਹੀਂ ਭਰਦੇ। ਬੜੇ ਪਿਆਰ ਨਾਲ ਪੁੱਛਦਾ ਜੀ ਮੈਨੂੰ ਇੱਥੋਂ ਦੇ ਰਾਜੇ ਬਾਰੇ ਜਾਣਕਾਰੀ ਦਿਓ, ਕੌਣ ਰਾਜਾ ਹੈ, ਉਹਦਾ ਪਰਿਵਾਰ ਕੈਸਾ ਏ, ਕਦੋਂ ਤੋਂ ਰਾਜ ਕਰਦਾ ਏ। ਪੁਨ ਇਸ ਪੁਰ ਕੋ ਨਾਮ ਬਤਾਵੋ, ਮੁਝ ਟਿਕ ਸਰਬ ਬਿਰਤਾਂਤ ਸੁਣਾਵੋ। ਸੱਜਣਾ ਮੈਨੂੰ ਸਾਰਾ ਬਿਰਤਾਂਤ ਦੱਸ, ਇਹ ਨਗਰ ਕਿਵੇਂ ਵਸਿਆ, ਇਹਦੀ ਹੋਂਦ ਕਿਵੇਂ ਬਣੀ ਹੈ, ਰਾਜਾ ਰਾਜ ਕਿਵੇਂ ਕਰਦਾ, ਕਿ ਲੋਕ ਖੁਸ਼ ਨੇ ਉਹਦੇ ਰਾਜ ਤੋਂ। ਸਾਹਮਣੇ ਵਾਲਾ ਵਿਅਕਤੀ ਸੁਣ ਕੇ ਬੜਾ ਮੁਸਕਰਾਇਆ, ਬਹੁਤ ਖੁਸ਼ ਹੋਇਆ, ਪਰ ਉਹਨੇ ਭੇਦ ਭਾਵ ਨਹੀਂ ਰੱਖਿਆ ਵੀ ਕੋਈ ਅਜਨਬੀ ਬੰਦਾ ਆਇਆ ਸਾਡੇ ਦੇਸ਼ ਬਾਰੇ ਪੁੱਛਦਾ, ਫੜੋ ਕਿਤੇ ਜਸੂਸ ਤੇ ਨਹੀਂ। ਉਹਨੇ ਪਹਿਲਾਂ ਬੈਠਣ ਵਾਸਤੇ ਇਸ਼ਾਰਾ ਕੀਤਾ ਵੀ ਬਹਿ ਜਾਓ। ਅੱਗੇ ਦੁਕਾਨਦਾਰ ਨਾ ਭੂੰਜੇ ਬਹਿ ਕੇ ਦੁਕਾਨ ਚਲਾਉਂਦੇ ਹੁੰਦੇ ਸੀ, ਜਾਂ ਛੋਟਾ ਜਿਹਾ ਬੈਂਚ ਲੱਗਾ ਹੋਣਾ। ਉੱਚੀਆਂ ਥਾਵਾਂ ਤੇ ਕੁਰਸੀਆਂ ਨਾ ਤੇ ਘਰਾਂ 'ਚ ਹੁੰਦੀਆਂ ਸੀ, ਨਾ ਕਿਸੇ ਦੁਕਾਨ ਤੇ ਹੁੰਦੀਆਂ ਸੀ। ਕੁਰਸੀਆਂ ਦਾ ਕੰਮ ਕੇਵਲ ਰਾਜ ਮਹਿਲਾਂ, ਰਾਜ ਦਰਬਾਰਾਂ 'ਚ ਹੁੰਦੀਆਂ ਸੀ। ਜਦੋਂ ਭਾਈ ਮਰਦਾਨਾ ਨੇੜੇ ਆਇਆ, ਉਹਨੇ ਨਾ ਬਾਹਰ ਇੱਕ ਸੱਥ ਜੀ ਬਣਾਈ ਹੋਈ, ਉਹ 'ਚ ਬਿਠਾ ਲਿਆ। ਹਰ ਦੁਕਾਨ ਤੋਂ ਬਾਹਰ ਇੱਕ ਥੜਾ ਹੁੰਦਾ ਸੀ, ਪੁਰਾਣਾ ਸਮਾਂ ਨੋਟ ਕਰਿਓ, ਪੁਰਾਣੇ ਬਾਜ਼ਾਰ ਵੇਖ ਲਿਓ, ਪੁਰਾਣੇ ਇਲਾਕੇ ਦੀਆਂ ਗਲੀਆਂ ਵੇਖ ਲਿਓ, ਭਾਵੇਂ ਅੰਮ੍ਰਿਤਸਰ ਸ਼ਹਿਰ ਹੈ ਜਾਂ ਦਿੱਲੀ ਸ਼ਹਿਰ, ਜਿਹੜੇ ਪੁਰਾਣੇ ਬਾਜ਼ਾਰ ਨੇ ਨਾ, ਦੁਕਾਨਾਂ ਅੱਗੇ ਅੱਜ ਵੀ ਥੜੇ ਬਣੇ ਹੁੰਦੇ, ਉਹਨਾਂ ਥੜਿਆਂ ਤੇ ਸੇਠ ਬਹਿੰਦੇ ਸੀ। ਭਾਈ ਮਰਦਾਨੇ ਨੂੰ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਬਿਠਾਇਆ। ਕਹਿੰਦਾ ਸੱਜਣਾ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਅਸੀਂ ਪੰਜਾਬ ਤੋਂ ਆਏ ਹਾਂ, ਅਸੀਂ ਫਕੀਰ ਲੋਕ ਹਾਂ, ਦੁਨੀਆ ਵੇਖਦੇ ਹਾਂ, ਜ਼ਮਾਨਾ ਵਿਚਰਦੇ ਹਾਂ। ਕਿਹ ਬਿਦ ਹੋਤ ਇਹਾਂ ਵਿਵਹਾਰਾ, ਜਹ ਕੰਚਨ ਕੇ ਬਨੇ ਬਜ਼ਾਰਾ। ਹੁਣ ਭਾਈ ਮਰਦਾਨਾ ਆਪਣੀ ਡਾਊਟ ਕਲੀਅਰ ਕਰਨ ਨੂੰ ਫਿਰਦਾ ਹੈ। ਕਹਿੰਦਾ ਇੱਥੇ ਬਾਜ਼ਾਰਾਂ 'ਚ ਲੈਣ ਦੇਣ ਕਿਵੇਂ ਹੁੰਦਾ ਹੈ? ਭੁੱਖ ਲੱਗੀ ਹੈ ਨਾ, ਖਾਣਾ ਪੀਣਾ ਵੀ ਹੈ, ਵੀ ਵਿਵਹਾਰ ਕਿਵੇਂ ਦਾ ਲੋਕਾਂ ਦਾ। ਜੇ ਤੇ ਕਹੂਗਾ ਵੀ ਇੰਨੇ ਪੈਸੇ ਚੱਲਦੇ ਆ, ਫਿਰ ਤੇ ਆਪਾਂ ਕਹਾਂਗੇ ਰਾਮ ਰਾਮ ਚੰਗਾ, ਫਿਰ ਹੈ ਫਿਰ ਮਿਲਦੇ ਲੱਗ ਚੱਲਾਂਗੇ। ਤੇ ਜੇ ਉਹਨੇ ਕਿਹਾ ਵੀ ਇੱਥੇ ਖਾਣ ਪੀਣ ਵਿੱਚ ਕੋਈ ਦਿੱਕਤ ਹੀ ਨਹੀਂ, ਫਿਰ ਵੇਖ ਲਾਂਗੇ। ਉਸ ਮਨੁੱਖ ਨੂੰ ਪੁੱਛਣ ਲੱਗਿਆ ਆਪਣਾ ਨਾਂ ਵੀ ਦੱਸ ਦਿਓ। ਉਹਨੇ ਪੁੱਛ ਲਿਆ ਇਹਨਾਂ ਬਾਰੇ, ਤੁਸੀਂ ਕਹਿੰਦੇ ਅਸੀਂ ਤੇ ਫਕੀਰ ਹਾਂ ਜੀ, ਦੂਰੋਂ ਆਏ ਆ, ਨਗਰ ਸਾਨੂੰ ਸੋਹਣਾ ਲੱਗਿਆ, ਤੁਹਾਡਾ ਸ਼ਹਿਰ ਬੜਾ ਸੋਹਣਾ ਹੈ। ਉਹ ਕਹਿੰਦਾ ਜੀ ਵਾਕਈ ਸੋਹਣਾ, ਕਿਉਂਕਿ ਸਾਡਾ ਰਾਜਾ ਬਹੁਤ ਸੋਹਣਾ ਹੈ, ਸੁਭਾਅ ਕਰਕੇ ਬੜਾ ਨੇਕ ਹੈ। ਤਿਹ ਨਰ ਨੈ ਸੁਨ ਬਚਨ ਉਚਾਰਾ, ਨਾਮ ਸਵਰਨਪੁਰ ਪ੍ਰਗਟ ਉਧਾਰਾ। ਐ ਮਰਦਾਨਿਆ, ਜਿਸ ਨਗਰ ਨੂੰ ਤੂੰ ਵੇਖਿਆ ਇਹ ਸੋਨੇ ਦੀ ਪੁਰੀ ਹੈ, ਸਵਰਨਪੁਰ ਹੈ, ਸਵਰਨ ਨਾਮ ਹੈ ਸੋਨੇ ਦਾ। ਜੋ ਦੇਖਿਆ ਇਹਦਾ ਨਾਮ ਵੀ ਉਹੀ ਹੈ, ਇਹਨੂੰ ਸੋਨਦੀਪ ਕਹਿੰਦੇ ਆ। ਇਹ ਸੋਹਣਾ ਬੜਾ ਹੈ, ਖੂਬਸੂਰਤ ਬੜਾ ਏ। ਜਿੰਨਾ ਸੋਹਣਾ ਦੇਸ਼ ਆ ਤੇ ਉਨੇ ਸੋਹਣੇ ਇੱਥੋਂ ਦੇ ਲੋਕ ਨੇ। ਸੁਣ ਕੇ ਬਹੁਤ ਚੰਗਾ ਲੱਗਾ ਭਾਈ ਮਰਦਾਨੇ ਨੂੰ ਵੀ ਲੋਕਾਂ ਦਾ ਚੰਗਾ ਹੋਣਾ ਇਹ ਬੜੀ ਵਧੀਆ ਗੱਲ ਹੈ। ਜਿੱਥੋਂ ਦੇ ਲੋਕ ਚੰਗੇ ਹੋਣਗੇ ਉਹ ਦੇਸ਼ ਤਰੱਕੀ ਤੇ ਹੁੰਦਾ। ਅੱਜ ਅਸੀਂ ਵਿਦੇਸ਼ਾਂ ਵੱਲ ਭੱਜਦੇ ਹਾਂ, ਕਿਉਂ? ਉੱਥੋਂ ਦੇ ਲੋਕ ਇਮਾਨਦਾਰ ਨੇ,
कोई कूड़ा नहीं सुट्टदा, कोई धोखा नहीं करता, कोई किसी को गरीब नहीं समझदा, ना कोई गरीब उत्थे है, सब एक बराबर ने, ना कोई अमीर हुंदा। साडे इत्थे नरक क्यों है? अमीर दिनों दिन अमीर होई जांदा है, गरीब रोज गरीब होई जांदा है, ਵੱਡਾ ਛੋਟੇ ਦਾ शोषण करता है, राजे कहंदे असीं लुटना है, प्रजा कहंदी असीं लुटना, नरक आ। वो कहंदा जी ये देश स्वर्णदीप है ते मेरा नाम है धर्म सिंह। ਤੁਸੀਂ ਕਹੋਗੇ ਤਾਂ ਸਿੰਘ ਸ਼ਬਦ ਕਿੱਥੋਂ ਆ ਗਿਆ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਲਾਇਆ। ਭਾਈ ਰਾਜਪੂਤ ਰਾਜਿਆਂ ਦੇ ਨਾਮ ਨਾਲ ਸਿੰਘ ਸ਼ਬਦ ਲੱਗਦਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੇਲੇ ਰਾਜਾ ਜੈ ਸਿੰਘ ਸਵਾਈ 8ਵੇਂ ਪਾਤਸ਼ਾਹ ਵੇਲੇ ਹੋਇਆ, ਧਰਮ ਸਿੰਘ ਸਵਾਈ, ਰਾਮ ਸਿੰਘ ਸਵਾਈ, ਇਹਨਾਂ ਨਾਲ ਸਿੰਘ ਲੱਗਦਾ ਸੀ। ਬੜੇ ਫਿਰਕੇ ਤੇ ਕਬੀਲੇ ਭਾਰਤ ਦੇ ਐਸੇ ਜਿੱਥੇ ਸਿੰਘ ਸ਼ਬਦ ਵਰਤਿਆ ਜਾਂਦਾ। ਉਹ ਕਹਿੰਦਾ ਜੀ ਇੱਥੇ ਸਵਰਨਦੀਪ ਦੇ ਵਿੱਚ ਸਾਰੇ ਲੋਕ ਤੁਹਾਨੂੰ ਧਰਮੀ ਮਿਲਣਗੇ। ਕਵਲ ਨੈਣ ਨਿਰਭ ਰਾਜਨ ਰਾਜਾ, ਜਿਹ ਸਮ ਦੂਸਰ ਕੋਏ ਨਾ ਆਜਾ। ਲੋਕ ਚੰਗੇ ਤੇ ਰਾਜਾ ਵੀ ਚੰਗਾ। ਕਹਿੰਦੇ ਜੀ ਇੱਥੋਂ ਦੇ ਰਾਜੇ ਦਾ ਨਾਮ ਹੈ ਕਵਲ ਨੈਣ, ਬੜਾ ਧਰਮੀ ਹੈ, ਇਮਾਨਦਾਰ ਹੈ, ਰਾਜਿਆਂ ਦਾ ਰਾਜਾ, ਕਹਿੰਦੇ ਰੱਬ ਵਰਗਾ ਹੈ। ਸੱਚੀ ਉਹ ਦੇਸ਼ ਬਹੁਤ ਚੰਗੇ ਹੁੰਦੇ ਜਿੱਥੋਂ ਦੇ ਲੋਕ ਉੱਥੋਂ ਦੇ ਰਾਜੇ ਦੀ ਸਿਫਤ ਕਰਦੇ ਆ। ਪ੍ਰਜਾ ਤੋਂ ਪਤਾ ਲੱਗਦਾ ਹੁੰਦਾ ਵੀ ਪ੍ਰਜਾ ਸੁਖੀ ਕਿੰਨੀ ਕੁ ਹੈ ਤੇ ਰਾਜੇ ਦੀ ਕਰਤੂਤ ਕੀ ਹੈ, ਸਰਵੇ ਤੋਂ ਪਤਾ ਲੱਗਦਾ। ਉਹ ਬੰਦਾ ਕਹਿੰਦਾ ਜੀ ਸਾਡਾ ਰਾਜਾ ਨਿਰਾਪੁਰਾ ਰੱਬ ਹੈ। ਦੋਹਰਾ ਨਹੀਂ ਮੋਲ ਕੇ ਵਸਤੂ ਕੋ ਜੋ, ਚਾਹਤ ਸੋ ਲੇਤ ਮਧੁਰ ਅਸਨ ਜੇ ਹਾਟ ਪਰ, ਧਰਮ ਅਰਥ ਸਭ ਦੇਤ। ਭਾਈ ਮਰਦਾਨਾ ਕਹਿੰਦਾ ਰਾਜਾ ਚੰਗਾ ਕਿਵੇਂ, ਕੋਈ ਇੱਕ ਗੁਣ ਦੱਸੋ। ਕਹਿੰਦਾ ਜੀ ਸਾਡੇ ਰਾਜੇ ਦਾ ਹੁਕਮ ਹੈ ਕਿਸੇ ਦੁਕਾਨ ਤੋਂ ਕੋਈ ਕੁਝ ਖਾਵੇ, ਕੋਈ ਕੁਝ ਪੀਵੇ, ਕੋਈ ਕੁਝ ਖਰੀਦੇ। ਕਿਸੇ ਨੇ ਜੇ ਕਿਸੇ ਤੋਂ ਇੱਕ ਪੈਸਾ ਵੀ ਲਿਆ ਨਾ, ਸਜ਼ਾਏ ਮੌਤ ਦੇਵਾਂਗਾ। ਭਾਈ ਮਰਦਾਨਾ ਕਹਿੰਦਾ ਸੱਚ ਹੈ ਇਹ? ਕਹਿੰਦਾ ਤੁਹਾਡੇ ਸਾਹਮਣੇ ਹੈ, ਜਿਸ ਮਰਜ਼ੀ ਬਾਜ਼ਾਰ 'ਚ ਜੋ ਮਰਜ਼ੀ ਖਰੀਦ ਲਓ, ਫਿਰ ਤੁਹਾਨੂੰ ਕੀ ਬਣਦਾ ਹੈ? ਉਹ ਕਹਿੰਦੇ ਸਾਡਾ ਰਾਜਾ ਧਰਮੀ ਹੈ, ਉਹ 6 ਮਹੀਨੇ ਬਾਅਦ, ਮਹੀਨੇ ਬਾਅਦ ਹਰ ਦੁਕਾਨਦਾਰ ਨੂੰ ਸਰਕਾਰੀ ਖਜ਼ਾਨੇ 'ਚੋਂ ਮਾਇਆ ਦਿੰਦਾ ਹੈ। ਭਾਈ ਮਰਦਾਨਾ ਸੋਚੇ ਲੈ ਗੱਲ ਤੇ ਫਿਰ ਅੱਜ ਬਣੀ ਆਖੋ ਸਤਨਾਮ। ਇਹ ਬੰਦਾ ਵੀ ਹਲਵਾਈ ਹੈ, ਇਹਦੇ ਕੋਲ ਚੰਗੇ ਪਦਾਰਥ ਸੋ ਸਮਾਂ ਸਮਾਪਤ ਹੈ, ਜਿਵੇਂ ਮਰਦ ਖੇਡਾਂ ਵਰਤਾਉਣਗੇ। ਐਸੀਆਂ ਪੁਰੀਆਂ, ਐਸੇ ਦੇਸ਼ਾਂ 'ਚ, ਐਸੇ ਇਲਾਕਿਆਂ 'ਚ ਗੁਰੂ ਪਾਤਸ਼ਾਹ ਵਿਚਰ ਰਹੇ ਨੇ, ਜੋਜ ਵਰਤਾ ਰਹੇ ਨੇ। ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿ